ਬਾਦਲ ਦਲ ਨੂੰ ਗੁਰੂ ਸਾਹਿਬ ਦਾ ਸਤਿਕਾਰ ਕੋਈ ਅਰਥ ਨਹੀਂ ਰੱਖਦਾ ਜਦੋਂ ਗੁਰੂ ਸਾਹਿਬ ਦੇ ਉੱਤੇ ਅਟੈਕ ਹੋਇਆ ਤੇ ਜਦੋਂ ਸੁਖਬੀਰ ਦੇ ਉੱਤੇ ਅਟੈਕ ਹੋਇਆ ਫਿਰ ਚੀਕਾਂ ਭਾਈ ਨਰੈਣ ਸਿੰਘ ਦੀ ਪੱਗ ਲਾਹਣ ਵਾਲਿਆਂ ਨੇ ਜੋ ਕਰਤੂਤ ਕੀਤੀ ਸੋ ਕੀਤੀ, ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਅਕਾਲੀ ਦਲ ਦੇ ਪ੍ਰਧਾਨ ਭੂੰਦੜ ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਸੰਸਥਾਵਾਂ ਜਿਹੜੀਆਂ ਨੇ ਉਹਨਾਂ ਦਾ ਹਾਲ ਚਾਲ ਦੇਖ ਕੇ ਸ਼ਰਮ ਆਉਂਦੀ ਹੈ ਵੀ ਆਹ ਲੋਕ ਪੰਥ ਦੀ, ਕੌਮ ਦੀ ਸੰਸਥਾਵਾਂ ਦੇ ਉੱਤੇ ਕਾਬਜ ਹੋਏ ਫਿਰਦੇ ਨੇ, ਜਿਨ੍ਹਾਂ ਨੂੰ ਇਹ ਨਹੀਂ ਦਿਖਦਾ ਵੀ ਇੱਕ ਸਿੱਖ ਦੀ ਪੱਗ ਲਾਹੀ ਗਈ ਹੈ। ਜਿੱਦਣ ਕੋਈ ਚਾਰ ਗੁਰੂ ਦੇ ਸਿੱਖ ਉੱਠ ਕੇ ਉਹਦੀਆਂ ਲੱਤਾਂ ਤੋੜ ਦੇਣਗੇ, ਇਹਨੇ ਪੱਗ ਲਾਹੀ ਹੈ, ਫੇਰ ਚੀਕਾਂ ਜੀਆਂ ਮਾਰਦੇ ਫਿਰਨਗੇ ਤੇ ਜਿਹਦੀਆਂ ਲੱਤਾਂ ਟੁੱਟਣੀਆਂ ਉਹ ਵੀ ਆਮ ਸਿੱਖ ਪਰਿਵਾਰ ਚੋਂ ਬੱਚਾ, ਗਲਤੀ ਉਹ ਤੋਂ ਬਹੁਤ ਵੱਡੀ ਹੋ ਗਈ ਭਾਵੇਂ, ਤੇ ਆਹ ਬਾਦਲ ਦਲੀਏ ਉਹਨੂੰ ਪੰਪ ਮਾਰ ਮਾਰ ਕੇ ਦੂਜੇ ਸਿੱਖਾਂ ਨੂੰ ਚੜਾ ਰਹੇ ਨੇ। ਬੀਬੀ ਹਰਸਿਮਰਤ ਕੌਰ ਨੂੰ, ਬਿਕਰਮਜੀਤ ਸਿੰਘ ਮਜੀਠੀਏ ਨੂੰ ਜਾਂ ਹੋਰ ਜਿਹੜਾ ਇਹਨਾਂ ਦੇ ਆ ਨਾਲ ਦੇ ਪਿੱਟਦੇ ਫਿਰਦੇ ਆ ਹੁਣ ਵੀ ਹਾਏ ਗੋਲੀ ਚੱਲ ਗਈ, ਇਹਨਾਂ ਨੂੰ ਉਦੋਂ ਕਿਉਂ ਨਹੀਂ ਚੇਤਾ ਆਇਆ ਕਿ ਇੰਦਰਾ ਦਾ ਬਿਆੰਤੇ ਦਾ ਕੀ ਹਾਲ ਕੀਤਾ ਸੀ। ਜਦੋਂ ਤੁਹਾਡੇ ਕੋਲੇ ਰਾਜ ਭਾਗ ਦੀ ਤਾਕਤ ਆਉਂਦੀ ਆ ਉਦੋਂ ਤੁਸੀਂ ਪੰਥ ਦਾ ਬੇੜਾ ਗਰਕ ਕਰਨ ਦੇ ਲਈ ਆਰਐਸਐਸ ਨਾਲ, ਡੀਪ ਸਟੇਟ ਨਾਲ ਰਲ ਕੇ ਅੱਤਵਾਦੀ ਤੋਂ ਘੱਟ ਨਹੀਂ ਬੋਲਦੇ ਸਿੱਖਾਂ। ਇਹਨਾਂ ਨੂੰ ਲੱਗਦਾ ਪੱਗ ਲਾਉਣੀ ਸੌਖੀ ਗੱਲ, ਪਰ ਐਤਕੀ ਭਚੀਕੜ ਪਊਗਾ। ਜਿਹੜੇ ਬਾਦਲ ਦਲੀਏ ਸਾਡਾ ਪ੍ਰੋਗਰਾਮ ਸੁਣ ਕੇ ਬਾਅਦ ਚ ਚੀਕਾਂ ਜਿਹੀਆਂ ਮਾਰਦੇ ਹੁੰਦੇ ਆ ਕਿ ਬਾਦਲ ਦਾ ਛੁਣਛਣਾ, ਉਹ ਤੁਹਾਨੂੰ ਭਰਾਵੋ ਹੱਥ ਬੰਨ ਕੇ ਬੇਨਤੀ ਆ ਵੀ ਰਾਣੇ ਨੂੰ ਤੇ ਆ ਜਿੰਨੇ ਉਹਨੂੰ ਪੰਪ ਦੇ ਨਾਲ ਇਹਨਾਂ ਨੂੰ ਸਮਝਾਓ। ਸੋ ਬਾਦਲ ਦਲ ਵਾਲੇ, ਬਾਦਲ ਸੈਨਾ ਦੇ ਸਹਾਰੇ ਕੌਮ ਨੂੰ ਜਲੀਲ ਕਰਕੇ, ਕੌਮ ਦੀ ਬਾਹ ਮਰੋੜ ਕੇ, ਕੌਮ ਦੀਆਂ ਪੱਗਾਂ ਲਾਹ ਕੇ ਜਿਹੜਾ ਕੁਝ ਭਾਲਦੇ ਫਿਰਦੇ ਆ ਉਹ ਮਿਲਣਾ। ਜੇ ਮਾੜਾ ਮੋਟਾ ਤੁਹਾਡੇ ਹੈਗਾ ਅੰਦਰ ਅਣਖ ਦਾ ਮਾਦਾ, ਜੇ ਸਿੱਖਾਂ ਦੇ ਘਰੇ ਜੰਮੇ ਹੋ ਤਾਂ ਸ਼ਰਮ ਕਰੋ, ਡੁੱਬ ਕੇ ਮਰ ਜਾਓ ਵੀ ਅਸੀਂ ਕਰ ਕੀ ਰਹੇ। ਅੱਜ ਵੀ ਕਿਸੇ ਦੀ ਪੱਗ ਲਾ ਦਾਂਗੇ, ਕਿਸੇ ਨੂੰ ਛੇਕਦੇ ਆਂ ਤੇ ਪਹਿਲਾਂ ਜਿਹੜਾ ਕੁਝ ਕੀਤਾ ਉਹ ਕੀ ਹੈ, ਪਹਿਲਾਂ ਵਾਲੇ ਤਰ੍ਹਾਂ ਨਿਬੇੜ ਦੋ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਤਖਤ ਸਾਹਿਬ ਦੇ ਸਨਮੁਖ ਜਿਸ ਤਰੀਕੇ ਨਾਲ ਸਾਰੀ ਬਾਦਲ ਦਲ ਦੀ ਲੀਡਰਸ਼ਿਪ ਨੇ ਆਪਦੇ ਪਾਪ ਗੁਨਾਹ ਮੰਨੇ, ਤਨਖਾਹ ਲੱਗੀ, ਉਦੋਂ ਬਾਅਦ ਵਿੱਚ ਜਿਹੜੇ ਲੋਕਾਂ ਨੂੰ ਲੱਗਦਾ ਸੀ ਕਿ ਹੁਣ ਇਸ ਤੋਂ ਬਾਅਦ ਵਿੱਚ ਸੁਰਖਰੂ ਹੋ ਕੇ ਸਿੱਖ ਜਗਤ ਵਿੱਚ ਵਿਚਰਨ ਜੋਗੇ ਹੋ ਜਾਣਗੇ, ਉਹ ਗੱਲ ਬਿਲਕੁਲ ਹੀ ਨਹੀਂ ਰਹੀ। ਵੈਸੇ ਵੀ ਬਾਦਲ ਦਲ ਦਾ ਵਕਾਰ, ਹੈਸੀਅਤ, ਰੁਤਬਾ ਸਿੱਖ ਜਗਤ ਵਿੱਚ ਸਿਫਰ ਤੋਂ ਵੀ ਹੇਠਲੇ ਲੈਵਲ ਤੇ ਗਿਆ ਹੋਇਆ। ਰਹਿੰਦੀ ਖੂੰਦੀ ਕਸਰ ਜਦੋਂ ਤਨਖਾਹ ਭੁਗਤਦੇ ਹੋਏ ਸੁਖਬੀਰ ਸਿੰਘ ਬਾਦਲ ਉੱਤੇ ਭਾਈ ਨਰੈਣ ਸਿੰਘ ਚੌੜਾ ਦੇ ਹਮਲੇ ਵਾਲਾ ਐਪੀਸੋਡ ਵਾਪਰਿਆ, ਜਿਵੇਂ ਇਹਨਾਂ ਨੇ ਪ੍ਰਤੀਕਿਰਿਆ ਕੀਤੀ ਉਹ ਚੀਜ਼ ਇਹਨਾਂ ਨੂੰ ਲੈ ਬੈਠੀ ਹੈ। ਤੇ ਰਹਿੰਦੀ ਖੂੰਦੀ ਕਸਰ ਭਾਈ ਨਰੈਣ ਸਿੰਘ ਚੌੜੇ ਦੀ ਦਸਤਾਰ ਲਾ ਕੇ ਜਿਵੇਂ ਇਹਨਾਂ ਨੇ ਲਲਕਾਰੇ ਮਾਰੇ ਹੈ, ਤੇ ਜਿਵੇਂ ਤਨਖਾਹ ਭੁਗਤਦੇ ਹੋਇਆਂ ਨਾਲ ਦੀ ਨਾਲ ਪ੍ਰੈਸ ਕਾਨਫਰੰਸਾਂ ਕਰਦੇ ਫਿਰਦੇ ਆ, ਮੀਟਿੰਗਾਂ ਕਰਦੇ ਫਿਰਦੇ ਆ ਤੇ ਕਹਿੰਦੇ ਫਿਰਦੇ ਆ ਵੀ ਭਾਈ ਨਰੈਣ ਸਿੰਘ ਚੌੜੇ ਨੂੰ ਪੰਥ ਚੋਂ ਛੇਕ ਦਿੱਤਾ ਜਾਵੇ। ਇਹ ਸਾਰੇ ਕਾਸੇ ਤੋਂ ਜਿਹੜਾ ਇਹਨਾਂ ਦਾ ਵਰਤਾਂਤ, ਜਿਹੜਾ ਇਹਨਾਂ ਦਾ ਨਜ਼ਰੀਆ, ਜੋ ਮਾਹੌਲ ਦੇਖਣ ਨੂੰ ਮਿਲ ਰਿਹਾ ਉਹ ਇਹ ਆ ਵੀ ਅਜੇ ਤਾਂ ਇਹਨਾਂ ਕੋਲੇ ਕੋਈ ਤਾਕਤ ਨਹੀਂ, ਕੋਈ ਸੱਤਾ ਨਹੀਂ ਤੇ ਕੋਈ ਵੋਟ ਬੈਂਕ ਨਹੀਂ, ਤੇ ਜੇ ਕਿਤੇ ਦੁਬਾਰਾ ਇਹਨਾਂ ਦੇ ਹੱਥ ਸੱਤਾ ਆ ਜਾਵੇ ਤਾਂ ਜੋ ਇਹ ਦੁਰਗਤੀ ਪੰਥ ਦੀ, ਸਿੱਖਾਂ ਦੀ ਕਰਨਗੇ ਉਹ ਇਹਨਾਂ ਦੇ ਹਾਵ ਭਾਵ ਦੱਸੀ ਜਾਂਦੇ। ਜਿਵੇਂ ਦਲਜੀਤ ਸਿੰਘ ਚੀਮਾ ਤੇ ਬਿਕਰਮਜੀਤ ਸਿੰਘ ਮਜੀਠੀਆ ਨੇ ਤੇ ਹੋਰ ਲੱਲੀ ਛੱਲੀ ਨੇ ਪਿਛਲੇ 5-4 ਦਿਨ ਤੋਂ YouTube ਚੈਨਲਾਂ ਦੇ ਰਾਹੀਂ ਭੜਾਸ ਕੱਢੀ ਹੈ, ਉਹ ਸਭ ਦੇ ਸਾਹਮਣੇ। ਇੱਕ ਇੱਥੇ ਗੱਲ YouTube ਚੈਨਲਾਂ ਦੇ ਨਾਲ ਜੁੜੀ ਹੋਈ ਕਰਨ ਨੂੰ ਜੀ ਕਰਦਾ ਹੈ ਵੀ ਜਿਵੇਂ ਪੰਜਾਬ ਦੇ ਹਰੇਕ ਪਿੰਡ ਦੇ ਵਿੱਚ ਨਾ ਜਿਹੜੀ ਸੱਥ ਹੁੰਦੀ ਆ, ਜਿੱਥੇ ਪਿੰਡ ਦੇ ਲੋਕ ਜੁੜ ਕੇ ਬਹਿੰਦੇ ਹੁੰਦੇ ਆ, ਉੱਥੇ 2-4 ਇਹੋ ਜਿਹੇ ਬੰਦੇ ਜ਼ਰੂਰ ਹੁੰਦੇ ਆ ਜਿਨ੍ਹਾਂ ਨੂੰ ਬੜੀ ਚੱਕਵੀਂ ਜੀ, ਬੜੀ ਚਟਪਟੀ ਜੀ ਤੇ ਬੜੀ ਜੈਕੇਦਾਰ ਜਿਹੇ ਤਰੀਕੇ ਨਾਲ ਗੱਲ ਕਰਨ ਦੀ ਆਦਤ ਹੁੰਦੀ ਆ, ਸੁਭਾਅ ਹੁੰਦਾ। ਉਹਨਾਂ ਦੀਆਂ ਗੱਲਾਂ ਬੇਅਰਥ ਹੋਣ ਜਾਂ ਉਹਨਾਂ ਦੀਆਂ ਗੱਲਾਂ ਵਿੱਚ ਕੋਈ ਵੀ ਉਹ ਤੱਤ ਨਾ ਹੋਵੇ, ਪਰ ਲੋਕ ਉਹਨਾਂ ਦੀ ਗੱਲਬਾਤ ਸੁਣ ਕੇ ਆਪਦਾ ਜਿਵੇਂ ਕਹਿੰਦੇ ਆ ਕੰਨ ਰਸ ਪੂਰਾ ਕਰਦੇ।
ਉਹ ਦਿਲਚਸਪੀ ਜੀ ਬਣੀ ਰਹਿੰਦੀ ਆ ਤੇ ਲੋਕ ਉਹਨਾਂ ਦੀਆਂ ਜਵਲੀਆਂ ਜਿਹੜੀਆਂ ਹੁੰਦੀਆਂ ਨੇ ਉਹ ਸੁਣਦੇ ਰਹਿੰਦੇ ਆ। ਇਹ ਰੌਣਕਾਂ ਲਾਉਣ ਵਾਲੇ ਬੰਦੇ ਹੁੰਦੇ ਆ ਵੀ ਰੌਣਕ ਜੀ ਲਾਈ ਰੱਖਦੇ। ਪਿੰਡਾਂ ਦੇ ਵਿੱਚ ਇਹੋ ਜਿਹੇ ਰੌਣਕੀ ਰਾਮ ਤਕਰੀਬਨ ਕਿਉਂਕਿ ਸਾਰੇ ਲੋਕ ਆਪੋ ਆਪਣੇ ਅੱਜ ਦੇ ਹਿਸਾਬ ਨਾਲ ਦਬਾਅ ਵਾਲੀ ਮਾਨਸਿਕ ਤਣਾਅ ਵਾਲੀ ਬਹੁਤ ਭਾਰੀ ਜਿਹੜੀ ਜ਼ਿੰਦਗੀ ਆ, ਤੇ ਜਦੋਂ ਇਹੋ ਜਿਹੇ ਬੰਦੇ ਪਿੰਡ ਦੇ ਵਿੱਚ ਕੋਈ ਹੋਣ ਤਾਂ ਉਹਨਾਂ ਦਾ ਫਿਰ ਇੱਕ ਖਾਸ ਮੁਕਾਮ ਜਿਹੜਾ ਹੈ ਉਹ ਸਮਾਜ ਵਿੱਚ ਬਣ ਜਾਂਦਾ। ਅੱਜ ਦੀ ਤਰੀਕ ਵਿੱਚ ਇਹੋ ਜਿਹੇ ਰੌਣਕੀ ਰਾਮ YouTube ਚੈਨਲਾਂ ਦੇ ਉੱਤੇ ਜਿਸ ਤਰੀਕੇ ਦੇ ਨਾਲ ਛਾਏ ਹੋਏ ਨੇ, ਦੇਖ ਕੇ ਬੜਾ ਅਜੀਬ ਜਿਹਾ ਲੱਗਦਾ ਬਈ ਨਾ ਤਾਂ ਕਿਸੇ ਤੱਤ ਦੀ ਗੱਲ, ਨਾ ਕਿਸੇ ਸਿਧਾਂਤ ਦਾ ਪਤਾ, ਨਾ ਇਤਿਹਾਸ ਦਾ, ਨਾ ਫਲਸਫੇ ਦਾ, ਪਰ ਉਹ YouTube ਚੈਨਲਾਂ ਵਾਲੇ 4-5 ਜਣਿਆਂ ਨੂੰ ਬਿਠਾ ਲੈਂਦੇ ਆ। ਜਿਹੜਾ ਸੱਚੀ ਤੇ ਸਹੀ ਗੱਲ ਕਰਨ ਵਾਲਾ ਹੁੰਦਾ ਉਹ ਤਾਂ ਸਾਊ ਜਿਹਾ ਬਣ ਕੇ ਆਰਾਮ ਨਾਲ ਚੁੱਪ ਕਰਕੇ ਬੈਠਾ ਰਹਿੰਦਾ, ਆਪਦੀ ਵਾਰੀ ਉਡੀਕ ਰਿਹਾ ਹੁੰਦਾ। ਤੇ ਐਂਕਰ ਸਾਹਿਬ ਵੀ ਉਹਨੂੰ ਸਮਝਦੇ ਆ ਵੀ ਇਹਨੇ ਤਾਂ ਰੌਣਕ ਨਹੀਂ ਲਾਉਣੀ, ਕਿਉਂਕਿ ਉਹਨਾਂ ਨੂੰ ਚਾਹੀਦਾ ਰੌਲਾ ਗੋਲਾ ਜਿਹਾ ਪੈਂਦਾ ਹੋਵੇ, ਭੁਚਾਲ ਜਿਹਾ ਆਇਆ ਪਿਆ ਹੋਵੇ, ਚੀਕ ਚਿੰਗਾੜਾ ਜਿਹਾ ਪੈਂਦਾ ਹੋਵੇ, ਤੇ ਲੋਕ ਜਦੋਂ ਸਾਡਾ ਪ੍ਰੋਗਰਾਮ ਦੇਖਣ ਤੇ ਉਹਨਾਂ ਨੂੰ ਲੱਗੇ ਕਿ ਵਾਹ ਜੀ ਵਾਹ, ਇੱਥੇ ਬੜੀਆਂ ਮੌਜਾਂ ਨੇ, ਆਹ ਬੜੀ ਗੱਲ। ਸੋ ਜਿਹੜੇ ਰੌਣਕੀ ਰਾਮ ਨੇ ਉਹਨਾਂ ਨੇ ਵੈਸੇ ਵੀ ਪਿਛਲੇ ਸਮੇਂ ਦੇ ਵਿੱਚ ਵੀ ਕਈ ਸੰਵੇਦਨਸ਼ੀਲ ਤੇ ਜਿਹੜੇ ਅਹਿਮ ਮਸਲੇ ਹੁੰਦੇ ਆ ਉਹਨਾਂ ਨੂੰ ਰੋਲਿਆ, ਤੇ ਅੱਜ ਦੀ ਤਰੀਕ ਵਿੱਚ ਵੀ ਇਹ ਜਿਹੜੇ ਰੌਣਕੀ ਰਾਮ ਨੇ YouTube ਚੈਨਲਾਂ ਦੇ ਰਾਹੀਂ ਬੜਾ ਕਮਲ ਕੁੱਟ ਰਹੇ ਨੇ। ਸਾਡੀ ਕੌਮ ਲਈ ਇਹ ਜਿਹੜਾ ਘਟਨਾਕ੍ਰਮ ਆ ਇਹ ਆਮ ਨਹੀਂ ਹੈ। ਉਹ ਧਿਰ, ਉਹ ਬਾਦਲ ਦਲ ਜਿਹਦੇ ਕੋਲੇ ਅਕਾਲੀ ਦਲ ਵੀ ਆ, ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਾਡੀ ਕੌਮ ਦੀਆਂ ਬਹੁਤੀਆਂ ਜਿਹੜੀਆਂ ਸਿਰਮੌਰ ਅਹਿਮ ਜਿਹੜੀਆਂ ਸੰਸਥਾਵਾਂ ਨੇ, ਜਥੇਬੰਦੀਆਂ ਨੇ, ਉਹਨਾਂ ਉੱਤੇ ਇਸ ਧਿਰ ਦਾ ਕਬਜ਼ਾ ਰਿਹਾ ਆ। ਅੱਜ ਵੀ ਕਈ ਥਾਵਾਂ ਤੇ ਹੈਗਾ, ਪਰ ਇੱਕ ਟਾਈਮ ਤਾਂ ਉਹ ਸੀ ਜਦੋਂ ਬਾਦਲ ਦਲ ਕੋਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਹਜੂਰ ਸਾਹਿਬ ਵਾਲਾ ਤਖਤ, ਪਟਨਾ ਸਾਹਿਬ ਵਾਲੇ ਤਖਤ ਦਾ ਪ੍ਰਬੰਧਕੀ ਬੋਰਡ ਤੇ ਦਮਦਮੀ ਟਕਸਾਲ, ਚੀਫ ਖਾਲਸਾ ਦੀਵਾਨ, ਅਖੰਡ ਕੀਰਤਨੀ ਜਥੇ ਦਾ ਇੱਕ ਧੜਾ, ਕੁੱਲ ਮਿਲਾ ਕੇ ਇੱਕ ਵੇਲੇ ਇੱਕ ਵਾਰੀ ਉਹ ਟਾਈਮ ਆਇਆ ਵਾ ਜਦੋਂ ਬਾਦਲ ਪਰਿਵਾਰ ਦੀ ਛਤਰ ਛਾਇਆ ਹੇਠ ਸਿੱਖਾਂ ਦੀਆਂ ਸਾਰੀਆਂ ਸੰਸਥਾਵਾਂ ਜਿਹੜੀਆਂ ਸੀ ਉਹ ਚੱਲਦੀਆਂ ਸੀ। ਉਦੋਂ ਹੀ ਪੂਰਾ ਬੇੜਾ ਗਰਕ ਗਿਆ, ਜਦੋਂ ਕੋਈ ਰੋਕਣ ਟੋਕਣ ਵਾਲਾ ਜਾਂ ਕੋਈ ਵਿਚਾਲੇ ਗੱਲ ਨੂੰ ਸਹੀ ਗਲਤ ਕਹਿਣ ਵਾਲਾ ਹੈ ਹੀ ਨਹੀਂ ਸੀ, ਕਿਉਂਕਿ ਹਰੇਕ ਦੇ ਮਨਸੂਬੇ ਪੂਰੇ ਹੁੰਦੇ ਸੀ, ਸਵਾਰਥ ਪੂਰੇ ਹੁੰਦੇ ਸੀ, ਤੇ ਉਦੋਂ ਸਾਰਿਆਂ ਨੇ ਆਪੋ ਆਪਣੇ ਤਰੀਕੇ ਨਾਲ ਸੱਤਾ ਚੋਂ ਮਲਾਈ ਲਈ ਤੇ ਨਜ਼ਾਰੇ ਲੈ। ਉਹਨਾਂ ਸਮਿਆਂ ਦੇ ਵਿੱਚ ਇੱਕ ਪੂਰੀ ਧਿਰ ਬਾਦਲ ਸੈਨਾ ਜਿਹੜੀ ਆ ਉਹ ਹੋਂਦ ਵਿੱਚ ਆਈ। ਜੇਕਰ ਕੋਈ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਗੁਨਾਹਾਂ ਦੀ, ਇਹਨਾਂ ਦੇ ਪਾਪਾਂ ਦੀ, ਇਹਨਾਂ ਦੀ ਆਲੋਚਨਾ ਕਰਦਾ ਸੀ ਤਾਂ ਉਹਨੂੰ ਗੰਦ ਬਕਿਆ ਜਾਂਦਾ ਸੀ, ਗਾਲਾਂ ਕੱਢੀਆਂ ਜਾਂਦੀਆਂ ਸੀ। ਜਦੋਂ ਢੱਡਰੀਆਂ ਵਾਲੇ ਦੇ ਉੱਤੇ ਹਮਲਾ ਹੋਇਆ ਤੇ ਉਹਨਾਂ ਦਾ ਨਜ਼ਦੀਕੀ ਸਾਥੀ ਉੱਥੇ ਮਾਰਿਆ ਗਿਆ, ਉਸ ਕਾਂਡ ਤੋਂ ਬਾਅਦ ਵਿੱਚ ਤਾਂ ਅਗਲੇ 6-7 ਮਹੀਨੇ ਇਉਂ ਮਤਲਬ ਸੀਗਾ ਵੀ ਅਸੀਂ ਚੱਕ ਕੇ ਲੈ ਜਾਂਦੇ ਹੁੰਦੇ ਆ, ਅਸੀਂ ਮਾਰ ਦਿੰਦੇ ਹੁੰਦੇ ਆ। ਇਸ ਤਰੀਕੇ ਦਾ ਪ੍ਰਭਾਵ ਜਿਹੜਾ ਸੀਗਾ ਉਹ ਦਿੱਤਾ ਗਿਆ ਕਿ ਬਾਦਲਕਿਆਂ ਦੇ ਖਿਲਾਫ ਨਾ ਕੋਈ ਬੋਲੇ। ਤੇ ਇਸ ਸਾਰੇ ਕਾਸੇ ਦਾ ਕਦੇ ਨਾ ਕਦੇ ਅੰਤ ਹੋਣਾ ਹੀ ਸੀ। ਸੋ ਅੱਜ ਵਾਲੇ ਦਿਨ ਆ ਗਏ। ਅੱਜ ਬਹੁਤੀਆਂ ਜਿਹੜੀਆਂ ਧਿਰਾਂ ਧੜੇ ਸੰਸਥਾਵਾਂ ਸੀ ਉਹ ਇਹਨਾਂ ਦੇ ਹੱਥੋਂ ਨਿਕਲ ਚੁੱਕੀਆਂ ਨੇ। ਹਜੂਰ ਸਾਹਿਬ ਤੇ ਪਟਨਾ ਸਾਹਿਬ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪੰਜਾਬ ਤੋਂ ਬਾਹਰਲੇ ਜਿਹੜੇ ਨੇ ਬਹੁਤੇ ਅਸਥਾਨ ਜਾਂ ਸੰਸਥਾਵਾਂ ਉਹ ਬਾਦਲਕਿਆਂ ਦੇ ਕੋਲੋਂ ਭਾਜਪਾ ਨੇ ਬੜੇ ਤਰੀਕੇ ਨਾਲ ਖੋਹ ਲਈਆਂ। ਤੇ ਹੁਣ ਉਹਨਾਂ ਨੇ ਪਲਾਨ ਇਹ ਬਣਾਇਆ ਕਿ ਜਿਹੜੀਆਂ ਇਹ ਸੰਸਥਾਵਾਂ ਨੇ ਉਹ ਉਹਨਾਂ ਬੰਦਿਆਂ ਦੇ ਹਵਾਲੇ ਕੀਤੀਆਂ ਜਾਣ ਜਾਂ ਉਹਨਾਂ ਦੇ ਕੰਮ ਕੀਤੇ ਜਾਣ, ਸਿੱਖਾਂ ਦੇ ਵਿੱਚੋਂ ਕੋਈ ਸੰਸਥਾ ਪੱਟ ਕੇ, ਜਿਹਦਾ ਆਪਾਂ ਆਪਦੇ ਲਈ ਵਰਤ ਸਕੀਏ। ਜਿਵੇਂ ਆ ਪਿਛਲੇ ਦਿਨੀ ਚਰਚਾ ਹੋਈ ਆ ਕਿ ਦਮਦਮੀ ਟਕਸਾਲ ਨੇ ਜਿਹੜੀਆਂ ਵੋਟਾਂ ਸੀ ਮਹਾਰਾਸ਼ਟਰ ਵੱਲ ਉੱਥੇ ਹਮਾਇਤ ਕੀਤੀ। ਉਸ ਤੋਂ ਬਾਅਦ 'ਚ ਚਰਚਾ ਛਿੜੀ ਹੋਈ ਆ ਕਿ ਭਾਜਪਾ ਜਿਹੜੀ ਆ ਉਹ ਕੋਈ ਕੰਮ ਜਿਹੜੇ ਨੇ ਉਹ ਦਮਦਮੀ ਟਕਸਾਲ ਦੇ ਮੁਖੀ ਨੂੰ
ਇਸ ਸਥਿਤੀ ਵਿੱਚ ਲੈ ਕੇ ਆਉਣਾ ਚਾਹੇਗੀ ਜਿਹਦੇ ਨਾਲ ਇਹ ਕਹਿਣ ਕਿ ਦੇਖੋ ਜੀ ਫਿਰ ਜੇਕਰ ਅਸੀਂ ਭਾਜਪਾ ਨਾਲ ਸਾਂਝ ਬਣਾਈ ਆ ਤਾਂ ਆਹ ਕੰਮ ਵੀ ਤਾਂ ਅਸੀਂ ਕਰਵਾਤੇ। ਜਿਵੇਂ ਪਹਿਲਾਂ ਕਹਿੰਦੇ ਆ ਕਿ ਜੇ ਅਸੀਂ ਬਾਦਲ ਕਿਆਂ ਨਾਲ ਰਲੇ ਸੀ ਤਾਂ ਦੇਖੋ ਸੰਗਤਾਂ ਦੀ ਫੋਟੋ ਵੀ ਲੱਗ ਗਈ ਤੇ ਸ਼ਹੀਦੀ ਯਾਦਗਾਰ ਬਣ ਗਈ, ਸਾਡੀ ਡਿਪਲੋਮੇਸੀ ਅਗਲੇ ਕਹਿੰਦੇ। ਪਰ ਭਾਜਪਾ ਜਿਹੜੀ ਆ ਉਹ ਇਹਦੀ ਕੀਮਤ ਦਾ ਕੋਈ ਨਾ ਕੋਈ ਲਵੇਗੀ ਹੋਈ। ਤੋ ਇਸ ਗੱਲ ਨੂੰ ਚੇਤੇ ਕਰਕੇ ਸਾਨੂੰ ਖਿਆਲ ਆਉਂਦਾ ਕਿ ਜਦੋਂ ਬਾਦਲ ਕਿਆਂ ਨੇ ਏਦਾਂ ਅੱਡ-ਅੱਡ ਧਿਰਾਂ ਧੜਿਆਂ ਨੂੰ ਕਿਹਾ ਕਿ ਅਸੀਂ ਤੁਹਾਡੇ ਕੰਮ ਕਰਾਂਗੇ, ਤੁਸੀਂ ਸਾਡਾ ਸਾਥ ਦਿਓ, ਤਾਂ ਉਦੋਂ ਮੈਨੂੰ ਇਹ ਖਿਆਲ ਜ਼ਰੂਰ ਆਉਂਦਾ ਕਿ ਇਹ ਜਿਹੜੇ ਕੰਮ ਸੀ ਇਹ ਤਾਂ ਬਾਦਲ ਕਿਆਂ ਨੂੰ ਵੈਸੇ ਹੀ ਕਰਨੇ ਚਾਹੀਦੇ ਸੀ। ਸੰਤਾਂ ਦੀ ਫੋਟੋ ਜਾਂ ਕੇਂਦਰੀ ਸਿੱਖ ਅਜਾਇਬ ਘਰ 'ਚ ਫੋਟੋ ਲਾਉਣ ਦੇ ਨਾਲ ਜਿਹੜੀ ਸ਼ਹੀਦੀ ਯਾਦਗਾਰ, ਇਹ ਕੰਮ ਸੌਦੇਬਾਜ਼ੀ ਦੇ ਰਾਹੀਂ ਬਣਨ, ਇਹ ਕੋਈ ਗੱਲ ਕੋਈ ਬਾਹਲੀ ਵਧੀਆ ਤਾਂ ਹੈ ਨਹੀਂ। ਇਹਦਾ ਬਾਦਲ ਕਿਆਂ ਦਾ ਜਾਂ ਅਕਾਲੀ ਦਲ ਦਾ, ਅਕਾਲ ਤਖਤ ਸਾਹਿਬ ਦਾ ਵੈਸੇ ਹੀ ਫਰਜ਼ ਬਣਦਾ ਸੀ। ਪੰਜਾਬ ਦੇ ਵਿੱਚ ਪੰਥ ਦੇ ਵਿੱਚ ਇੱਕ ਬਹੁਤ ਵੱਡਾ ਵੋਟ ਬੈਂਕ ਜਾਂ ਬਹੁਤ ਵੱਡਾ ਆਧਾਰ ਉਹਨਾਂ ਸਿੱਖਾਂ ਦਾ ਹੈਗਾ ਹੀ ਆ ਜਿਹੜੇ ਸੰਤ ਭਿੰਡਰਾਂ ਵਾਲਿਆਂ ਨੂੰ, ਜੂਨ 84 ਦੇ ਸ਼ਹੀਦਾਂ ਨੂੰ ਸਤਿਕਾਰ ਕਰਦੇ ਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਅਕਾਲ ਤਖਤ ਸਾਹਿਬ ਨੂੰ, ਅਕਾਲੀ ਦਲ ਨੂੰ ਤੇ ਸ਼੍ਰੋਮਣੀ ਕਮੇਟੀ ਨੂੰ ਇਹ ਕੰਮ ਵੈਸੇ ਹੀ ਕਰਨੇ ਚਾਹੀਦੇ ਸੀ। ਇਹ ਤਾਂ ਪੰਥ ਦੀ ਬੜੀ ਚਰੋਕਣੀ ਜਿਹੜੀ ਗੱਲ ਸੀ। ਜੇਕਰ ਦਮਦਮੀ ਟਕਸਾਲ ਨਾਲ ਇਹ ਸੌਦਾ ਕਰਕੇ ਕਿ ਤੁਸੀਂ ਸਾਡੀ ਸਪੋਰਟ ਕਰੋ ਤਾਂ ਅਸੀਂ ਇਹ ਕੰਮ ਕਰਾਂਗੇ, ਫੇਰ ਤਾਂ ਬਾਦਲ ਦਲੀਏ ਬਹੁਤ ਗਰਕੇ ਹੋਏ ਨੇ ਜੀ, ਬਹੁਤ ਹੀ ਮਾੜੇ ਬੰਦੇ ਨੇ। ਖੈਰ, ਮੈਂ ਇਹ ਗੱਲ ਇਸ ਕਰਕੇ ਕੀਤੀ ਆ ਕਿ ਦਲ ਖਾਲਸਾ ਜਥੇਬੰਦੀ ਦੇ ਜਿਹੜੇ ਬਹੁਤ ਹੀ ਸਤਿਕਾਰਯੋਗ ਆਗੂ ਭਾਈ ਗਜਿੰਦਰ ਸਿੰਘ ਚਲਾਣੇ ਕਰ ਗਏ ਆ, ਉਹਨਾਂ ਨੂੰ ਦਲ ਖਾਲਸਾ ਦੇ ਭਾਈ ਗਜਿੰਦਰ ਸਿੰਘ ਨੂੰ ਇਹਨਾਂ ਨੇ ਅਕਾਲ ਤਖਤ ਸਾਹਿਬ ਤੋਂ ਇੱਕ ਜਲਾਵਤਨ ਯੋਧੇ ਦੇ ਰੂਪ ਦੇ ਵਿੱਚ ਸਨਮਾਨ ਦੇਣ ਦਾ ਐਲਾਨ ਕੀਤਾ ਹੋਇਆ। ਹੁਣ ਉਹ ਜਿਹੜਾ ਦਲ ਖਾਲਸਾ ਨੇ ਕੋਈ ਇਹਨਾਂ ਨਾਲ ਸਮਝੌਤਾ ਕਰਕੇ ਜਾਂ ਵੀ ਅਸੀਂ ਤੁਹਾਨੂੰ ਵੋਟਾਂ 'ਚ ਮਦਦ ਕਰਾਂਗੇ, ਏਦਾਂ ਦੀ ਤਾਂ ਕੋਈ ਗੱਲ ਨਹੀਂ ਕੀਤੀ। ਜਿਵੇਂ ਦਮਦਮੀ ਟਕਸਾਲ ਕਹਿੰਦੇ ਆ ਵੀ ਅਸੀਂ ਤਾਂ ਜੀ ਫਿਰ ਉਹਨਾਂ ਨਾਲ ਇਹ ਡੀਲ ਕੀਤੀ। ਜੇਕਰ ਬਾਦਲ ਦਲ ਇੰਨਾ ਹੀ ਗਰਕ ਚੁੱਕਿਆ ਵਾ ਕਿ ਉਹ ਪੰਥਕ ਜਿਹੜੇ ਕਾਰਜ ਨੇ ਉਹ ਤਾਂ ਕਰੂਗਾ, ਉਹ ਸਿੱਖ ਸੰਸਥਾਵਾਂ ਨੂੰ ਪਹਿਲਾਂ ਲਾਤੇ ਢਣੇ ਲਗਾਊਗਾ, ਤੇ ਫਿਰ ਇਹੋ ਜਿਹੇ ਦਲ ਦਾ ਕੀ ਸਿੱਖਾਂ ਨੇ ਅਚਾਰ ਪਾਉਣਾ ਤੇ ਕਿੰਨੀ ਗਲਤੀ ਹੋਈ ਲੀਡਰਸ਼ਿਪ ਆ ਜੀ ਇਹ। ਖੈਰ, ਗੱਲ ਇਹ ਹੈ ਕਿ ਸਾਡੀ ਕੌਮ ਦੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਇਹਨਾਂ ਸਾਰਿਆਂ ਨੂੰ ਕਾਣਾ ਕਰਕੇ, ਇਹਨਾਂ ਦੇ ਮੁਖੀਆਂ ਦੇ ਕੰਮ ਮਾੜੇ ਮੋਟੇ ਕਰਾ ਕੇ ਬਾਦਲ ਦਲ ਨੇ ਜਿਹੜਾ ਰਾਹ ਫੜਿਆ ਉਹਦਾ ਅੰਤ ਆਹੀ ਹੋਣਾ ਸੀ। ਇਵੇਂ ਹੀ ਇਹਨਾਂ ਨੇ ਪੰਥਕ ਵੋਟ ਬੈਂਕ ਦੀ ਥਾਂ ਗੈਰ ਪੰਥਕ ਵੋਟ ਬੈਂਕ ਨੂੰ ਲੈਣ ਦੇ ਹਿਸਾਬ ਕਿਤਾਬ ਦੇ ਵਿੱਚ ਕਦੇ ਭਨਿਆਰੇ ਵਾਲੇ ਨੂੰ ਮੱਥਾ ਟੇਕਤਾ। ਜਦੋਂ ਉਹਦੇ ਭਾਵ ਸਾਗਰ ਦਾ ਰੌਲਾ ਪਿਆ, ਜਿਹੜੀ ਉਹਦੀ ਕਿਤਾਬ ਸੀ ਜਿਹਦੇ ਰੌਲਾ ਪੈਂਦਾ ਰਿਹਾ, ਬੈਨ ਲੱਗਿਆ, ਉਹਦੇ ਵਿੱਚ ਸਾਰੀ ਅਕਾਲੀ ਲੀਡਰਸ਼ਿਪ ਦੀਆਂ ਫੋਟੋਆਂ ਸੀ ਤੇ ਇੱਥੇ ਜਥੇਦਾਰ ਤਲਵੰਡੀ ਉਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਤੇ ਆਪਣੇ ਅਕਾਲ ਤਖਤ ਸਾਹਿਬ ਦੇ ਉੱਤੇ ਜਦੋਂ ਮਸਲਾ ਆਇਆ, ਮੈਨੂੰ ਲੱਗਦਾ 150 ਦੇ ਕਰੀਬ ਬਾਦਲ ਦਲ ਦੇ ਲੀਡਰਾਂ ਨੂੰ ਉਦੋਂ ਤਨਖਾਹ ਲੱਗੀ ਸੀ। ਹੁਣ ਨੂਰ ਮਹਿਲ ਵਾਲੇ ਡੇਰੇ ਦੀ ਗੱਲ ਕਰ ਲਓ, ਵੱਡੇ ਬਾਦਲ ਦੀ ਧਰਮ ਪਤਨੀ ਬੀਬੀ ਸੁਰਿੰਦਰ ਕੌਰ ਬਾਦਲ ਸਮੇਤ ਕਿਹੜਾ ਲੀਡਰ ਆ ਜਿਹਨੇ ਉੱਥੇ ਜਾ ਕੇ ਮੱਥਾ ਨਹੀਂ ਟੇਕਿਆ। ਸਰਸੇ ਵਾਲੇ ਦਾ ਤਾਂ ਆਪਾਂ ਨੂੰ ਸਭ ਨੂੰ ਹੀ ਪਤਾ ਵੀ ਕਿਵੇਂ ਉਹਦੇ ਨਾਲ ਯਾਰੀ ਨਿਭਾਈ ਇਹਨਾਂ ਨੇ। ਸੋ ਇਹਨਾਂ ਨੇ ਜਦੋਂ ਇਹ ਮਿਥ ਲਿਆ ਵੀ ਸਾਨੂੰ ਪੰਥਕ ਵੋਟ ਨਹੀਂ ਪੈਣੀ, ਤਾਂ ਫਿਰ ਗੈਰ ਪੰਥਕ ਵੋਟ ਲੈਣ ਲਈ, ਉਹਦੀ ਫਿਲਮ ਚਲਾਉਣ ਲਈ ਕਿਵੇਂ ਸਿਨਮਿਆਂ ਦੀ ਰਾਖੀ ਲਈ ਪੁਲਿਸ ਲਾਤੀ। ਤੇ ਜੇਕਰ ਸਿੱਖਾਂ ਨੇ ਕਿਹਾ ਵੀ ਸਾਡਾ ਐਸਟ ਚੋਰੀ ਕੀਤਾ, ਇਹਦੀ FIR ਦਰਜ ਕਰ ਲਓ, 1.5 ਮਹੀਨਾ FIR ਨਹੀਂ ਦਰਜ ਕੀਤੀ, ਤੇ ਜੇ FIR ਦਰਜ ਹੋ ਗਈ ਤਾਂ ਫਿਰ ਜਿਹੜਾ ਹੈਗਾ ਹੁਕਮਨਾਮਾ ਉਹ ਰੱਦ ਕਰਵਾਉਣ ਤੁਰ ਪਏ। ਕਿਹੜਾ ਕੰਮ ਆ ਪੁੱਠਾ ਜਿਹੜਾ ਬਾਦਲ ਕਿਆਂ ਨੇ ਨਹੀਂ ਕੀਤਾ। ਅੱਜ ਜਦੋਂ ਇਹ ਅਕਾਲ ਤਖਤ ਸਾਹਿਬ ਦੇ ਉੱਤੇ ਆਪਦੇ ਗੁਨਾਹ ਮੰਨ ਕੇ ਇੱਥੇ ਆਪਣੇ ਆਪ ਨੂੰ ਸੱਚੇ ਸੁੱਚੇ ਹੋਣ ਦੀ ਗੱਲ ਕਰਨ ਲੱਗੇ ਆ, ਤਾਂ ਮੇਰਾ ਜਾਂ ਹਰੇਕ ਸਿੱਖ ਦਾ ਇੱਕ ਬਣਦਾ ਹੈ ਕਿ ਉਹ ਇਹ ਗੱਲ ਕਵੇ, ਪੁੱਛੇ ਇਹਨਾਂ ਨੂੰ ਕਿ 2007 ਵਿੱਚ ਹੈ ਤਾਂ ਪਹਿਲਾਂ ਦਾ ਹੀ ਪੁੱਠਾ ਕੰਮ ਆ ਸਰਸੇ ਵਾਲਿਆਂ ਦਾ,
ਪਰ ਤੁਹਾਡੇ ਯਾਰ ਨੇ ਸਰਸੇ ਵਾਲੇ। ਤੇ 2007 ਵਿੱਚ ਉਹਨਾਂ ਨੇ ਸਲਾਵਤਪੁਰਾ ਕਾਂਡ ਜਿਹੜਾ ਵਾਪਰਿਆ, ਉਦੋਂ ਤੋਂ ਲੈ ਕੇ ਅੱਜ ਤੱਕ ਕੋਈ ਬਿਆਨ ਕਿਸੇ ਛੋਟੇ ਮੋਟੇ ਬਾਦਲ ਦਲ ਦੇ ਲੀਡਰ ਦਾ ਲੱਭ ਕੇ ਦਿਖਾ ਦਿਓ ਜਿਹਦੇ ਵਿੱਚ ਉਹਨਾਂ ਨੇ ਡੇਰਾ ਸਰਸਾ ਦੀ ਕਿਸੇ ਕਰਤੂਤ ਦਾ ਵਿਰੋਧ ਕੀਤਾ ਹੋ। ਸਾਰਾ ਬਾਦਲ ਦਲ ਉਧਰ ਭੁਗਤਿਆ, ਇੰਨਾ ਬੁਰੀ ਤਰ੍ਹਾਂ ਭੁਗਤਿਆ ਵੀ ਜਿਹੜਾ ਇਹਨਾਂ ਦਾ ਸ਼੍ਰੋਮਣੀ ਕਮੇਟੀ ਦਾ ਇੱਕ ਮੈਂਬਰ ਸੀ ਉਹ ਕਿਆ ਕਰੇ, ਹੁਣ ਅਸੀਂ ਇਹਨਾਂ ਦਾ ਕੰਧਾਂ ਕੱਢ ਲਈਏ ਪ੍ਰੇਮੀਆਂ ਨਾਲ। ਤੇ ਜਦੋਂ ਵੀ ਕਿਤੇ ਵੋਟਾਂ ਆਉਣੀਆਂ ਉਦੋਂ ਪੰਥ ਦੀ ਬੇਇੱਜ਼ਤੀ ਕਰਨੀ ਤੇ ਵੋਟਾਂ ਸਰਸੇ ਵਾਲੀਆਂ ਲੈਣੀ। ਸੋ ਇਸ ਤਰੀਕੇ ਨਾਲ ਜਦੋਂ ਪੰਥ ਦੋਖੀਆਂ ਨੂੰ ਬਾਦਲ ਕਿਆਂ ਨੇ ਆਪਦੇ ਗਲ ਦਾ ਹਾਰ ਬਣਾ ਲਿਆ, ਉਹਨਾਂ ਨੂੰ ਇਉਂ ਲੱਗਣ ਲਾਤਾ ਵੀ ਤੁਸੀਂ ਜੋ ਮਰਜ਼ੀ ਕਰੋ, ਜੋ ਮਰਜ਼ੀ ਵਿੱਚ ਉਹਨਾਂ ਨੇ ਫਿਰ ਪਾਵਨ ਸਰੂਪ ਦੀ ਸਾਡੇ ਇਸ਼ਟ ਦੀ ਬੇਅਦਬੀ ਕੀਤੀ। ਕੋਈ ਸਿੱਖ ਕਿੰਨਾ ਵੀ ਗਲਤ ਹੋ ਸਕਦਾ ਹੈ, ਪਰ ਇਹ ਕੋਈ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ ਵੀ ਮੇਰਾ ਕੋਈ ਜੋਟੀਦਾਰ ਸਾਡੇ ਇਸ਼ਟ ਦੀ, ਸਾਡੇ ਧਰਮ ਦੀ ਬੇਇੱਜ਼ਤੀ ਕਰੇ। ਮੈਂ ਅੱਗੇ ਕਿਸੇ ਹੋਰ ਸੰਦਰਭ ਦੇ ਵਿੱਚ ਇਹ ਗੱਲ ਕਰਦਾ ਰਿਹਾ ਵੀ ਕੋਈ ਸਿੱਖਾਂ ਦਾ ਮੁੰਡਾ 15-20 ਸਾਲ ਕਾਮਰੇਡਾਂ ਨਾਲ ਫਿਰਦਾ ਰਵੇ, ਜਿੱਦਣ ਉਦੋਂ ਇਹ ਲੱਗਣ ਪਿਆ ਨਾ, ਸਮਝ ਲੱਗ ਗਈ ਵੀ ਇਹ ਸਾਡੇ ਧਰਮ ਦਾ, ਸਾਡੇ ਗੁਰੂ ਸਾਹਿਬਾਨ ਦਾ ਗਲਤ ਕਰਦੇ ਆ, ਮਜ਼ਾਕ ਬਣਾਉਂਦੇ ਆ ਜਾਂ ਉਲਟ ਗੱਲ ਕਰਦੇ ਆ, ਉਹਨੇ ਉਦੋਂ ਸਟੈਂਡ ਲੈ ਜਾਣਾ। ਉਹਦੇ ਅੰਦਰਲਾ ਪੰਥ, ਉਹਦੇ ਅੰਦਰਲਾ ਸਿੱਖ ਜਾਗ ਪੈਂਦਾ। ਤੇ ਇਸ ਤਰੀਕੇ ਨਾਲ ਬੇਅੰਤ ਸਾਡੇ ਆਲੇ ਦੁਆਲੇ ਸਿੱਖ ਨੌਜਵਾਨ ਨੇ, ਜਿਨ੍ਹਾਂ ਨੂੰ ਜਿਹੜੇ ਆਪ ਵੀ ਹੱਸਦੇ ਆ, ਹੱਸ ਕੇ ਗੱਲ ਸੁਣਾਉਂਦੇ ਆ ਵੀ ਕਿਸੇ ਵੇਲੇ ਮੈਂ ਵੀ ਕਾਮਰੇਡਾਂ ਦੇ ਨਾਲ ਫਿਰਦਾ ਹੁੰਦਾ ਸੀ, ਬੜਾ ਕਮਲ ਕੁੱਟਦਾ ਹੁੰਦਾ ਸੀ, ਪਰ ਫਲਾਨੀ ਗੱਲ ਨੇ ਝਟਕਾ ਮਾਰਿਆ, ਫਿਰ ਸਾਰਾ ਕੁਝ ਹੀ ਦੂਜੇ ਪਾਸੇ ਨੂੰ ਹੋ ਗਿਆ। ਇਸ ਤਰੀਕੇ ਦੇ ਮਾਹੌਲ ਵਿੱਚ ਬਾਦਲ ਕਿਆਂ ਦੀ ਕਿੱਡੀ ਮੋਟੀ ਚਮੜੀ ਆ, ਜਿਨ੍ਹਾਂ ਨੇ ਕਦੇ ਵੀ ਬਰਗਾੜੀ ਬਾਈਬਲ ਵਾਪਰ ਜਾਵੇ, ਕੁਝ ਹੋਰ ਹੁੰਦਾ ਰਵੇ, ਅੱਜ ਤੱਕ ਵੀ, ਹੁਣ ਤੱਕ ਵੀ ਡੇਰਾ ਸਰਸਾ ਦੇ ਖਿਲਾਫ ਬੁੱਲ ਤੋਂ ਬੁੱਲ ਨਹੀਂ ਚੱਕਿਆ। ਪਿਛਲੇ 3 ਸਾਲ ਤੋਂ ਮੈਂ ਇਸ ਪ੍ਰੋਗਰਾਮ ਦੇ ਰਾਹੀਂ ਇਹ ਗੱਲ ਕਹਿੰਦਾ ਰਿਹਾ ਤੇ ਅੱਜ ਵੀ ਕਹਿਣਾ, ਬਾਦਲ ਦਲ ਦਾ ਕੋਈ ਸਮਰਥਕ, ਉਲਟਾ ਇੱਥੇ ਕਈ ਜਿਹੜੇ ਵਿਚਾਰੇ ਜਿਨ੍ਹਾਂ ਦੀ ਮਤਲਬ ਬੁੱਧੀ ਦਾ ਵਿਕਾਸ ਨਹੀਂ ਹੋਇਆ, ਅਲਪ ਬੁੱਧੀ ਲੋਕ, ਉਹ ਉਦੋਂ ਪਿੱਟਣ ਲੱਗ ਜਾ ਕਰਨ ਕਿ ਤੁਸੀਂ ਜੀ ਬਾਦਲ ਕਾ ਸੁਣਛਣਾ ਵਜਾਉਂਦੇ ਹੋ। ਭਾਈ ਸੁਣਛਣਾ ਤਾਂ ਫਿਰ ਆਹ 2 ਦਸੰਬਰ ਨੂੰ ਦੇਖ ਹੀ ਲਿਆ ਜਦੋਂ ਖੜ ਕੇ ਕਹਿਣਾ ਪਿਆ। ਤੇ ਐਡੇ ਮਤਲਬ ਗਏ ਗੁਜ਼ਰੇ ਨੇ ਉੱਪਰ ਦੀ, ਅੱਜ ਜਿਹੜੇ ਰੌਣਕੀ ਰਾਮ ਬਣ ਕੇ ਟੀਵੀ ਚੈਨਲਾਂ ਤੇ ਇਹਨਾਂ ਵੱਲੋਂ ਬੋਲਦੇ ਨੇ, ਉਹ ਕਹਿੰਦੇ ਆ ਜੀ ਦੇਖੋ ਕਿੱਡਾ ਅਹਿਸਾਨ ਆ ਸੁਖਬੀਰ ਦਾ, ਜਿਹਨੇ ਇਹ ਕਿਹਾ ਕਿ ਜੀ ਜਿਹੜੇ ਕੀਤੇ ਨਾ ਕੀਤੇ ਸਾਰੇ ਗੁਨਾਹਾਂ ਦੀ ਅਸੀਂ, ਮਤਲਬ ਜਿਵੇਂ ਨਾ ਕੌਮ ਨੂੰ ਬੇਵਕੂਫ ਜਿਹਾ ਬਣਾਈਦਾ ਬਈ ਛੱਡੋ ਯਾਰ, ਤੁਸੀਂ ਜਿਹੜਾ ਕੋਈ ਕਹਿਣਾ ਕਰ ਲਓ, ਅਸੀਂ ਮੰਨਦੇ, ਇਵੇਂ ਵੀ ਸਾਡਾ ਖਹਿੜਾ ਛੱਡੋ ਜੀ, ਜਿਹੜਾ ਕੋਈ ਕਹਿਣਾ ਕਹਿ ਲਓ, ਏਦਾਂ ਜੀ। ਤਾਂ ਕੁੱਲ ਮਿਲਾ ਕੇ ਜਿਹੜਾ ਕਹਿੰਦੇ ਹੁੰਦੇ ਆ ਵੀ 100 ਗੰਢੇ ਵੀ ਖਾਧੇ ਤੇ 100 ਛਿੱਤਰ ਵੀ ਖਾਧੇ, ਉਹ ਹਾਲ ਬਾਦਲ ਕਿਆਂ ਨੇ ਆਪਦਾ ਕਰਵਾ ਲਿਆ। ਨਾਲੇ ਤਾਂ ਅਕਾਲ ਤਖਤ ਸਾਹਿਬ ਤੇ ਆ ਕੇ ਤਨਖਾਹਾਂ ਭੁਗਤਣ ਦੀਆਂ ਗੱਲਾਂ, ਨਾਲੇ ਦਮ ਗੱਜੇ ਮਾਰਦੇ ਆ ਵੀ ਅਸੀਂ ਤਾਂ ਜੀ ਚੱਕ ਦਿਆਂਗੇ ਫੱਟੇ। ਹੁਣ ਭਾਈ ਨਰੈਣ ਸਿੰਘ ਚੌੜਾ ਨੂੰ ਪੰਥ ਚੋਂ ਛੇਕਣ ਵਾਲੀ ਜਿਹੜੀ ਗੱਲ ਹੈ, ਪਹਿਲੀ ਗੱਲ ਤਾਂ ਇਹ ਹੋ ਹੀ ਨਹੀਂ ਸਕਦਾ ਕਿ ਅਕਾਲ ਤਖਤ ਸਾਹਿਬ ਤੋਂ ਇਹੋ ਜਿਹਾ ਕੁਛ ਆ ਜਾਵੇ। ਪਰ ਮੰਨ ਲਓ ਵੀ ਇਹ ਬਹੁਤ ਗਰਕੇ ਹੋਏ ਨੇ ਤੇ ਜਥੇਦਾਰ ਸਾਹਿਬਾਨ ਨੂੰ ਡਰਾ ਧਮਕਾ ਕੇ ਬੜਾ ਅੱਜ ਕੱਲ੍ਹ ਰੌਣਕ ਮੇਲਾ ਲਾਇਆ ਹੋਇਆ। ਜਥੇਦਾਰ ਹਰਪ੍ਰੀਤ ਸਿੰਘ ਦੀਆਂ ਪਰਿਵਾਰਕ ਗੱਲਾਂ, ਗਿਆਨੀ ਰਘਵੀਰ ਸਿੰਘ ਦੀਆਂ ਨਿੱਜੀ ਕਮਜ਼ੋਰੀਆਂ, ਕੁੱਲ ਮਿਲਾ ਕੇ ਲੱਗੇ ਹੋਏ ਨੇ ਵੀ ਅਸੀਂ ਕੋਈ ਨਾ ਕੋਈ ਹੋਰ ਚੰਦ ਚਾੜੀਏ। ਤੇ ਇਹ ਉਹ ਅਕਾਲੀ ਦਲ ਜਾਂ ਉਹ ਬਾਦਲ ਦਲ ਆ ਜਿਹਦੇ ਬਾਰੇ ਕਿਹਾ ਜਾ ਰਿਹਾ ਕਿ ਜੀ ਉਹਨਾਂ ਨੂੰ ਹੁਣ ਸਾਰੇ ਪਿਛਲੇ ਗੁਨਾਹ ਮਾਫ ਕਰਕੇ ਆਪਾਂ ਨੂੰ ਥਾਂ ਦੇਣੀ ਚਾਹੀਦੀ। ਤੇ ਉਹਨਾਂ ਨੇ ਇਹਨਾਂ ਦਿਨਾਂ ਦੇ ਵਿੱਚ ਜਿਸ ਤਰੀਕੇ ਦਾ ਰਾਹ ਰਵੀਰਾ ਫੜਿਆ ਹੋਇਆ, ਉਹਦੇ ਮੁਤਲਕ ਖਾਲਸਾ ਪੰਥ ਨੂੰ ਸੋਚਣਾ ਤਾਂ ਪੈਣਾ ਹੀ ਸੀ ਕੁਛ। ਸੋ ਅਜੇ ਦਿਨ ਭਾਵੇਂ ਵਿਚਾਲੇ ਹੈਗੇ ਆ, ਪਰ 18 ਤਰੀਕ ਮਿਤੀ ਆ ਸਿੱਖ ਜਥੇਬੰਦੀਆਂ ਨੇ, ਦਲ ਖਾਲਸਾ ਵੱਲੋਂ ਬਿਆਨ ਅਖਬਾਰਾਂ 'ਚ ਅੱਜ ਆਇਆ ਹੈ ਕਿ 18 ਤਰੀਕ ਨੂੰ ਦਰਬਾਰ ਸਾਹਿਬ ਦੇ ਵਿੱਚ ਇਕੱਠ ਰੱਖਿਆ ਵਾ ਤੇ ਉੱਥੇ ਇਹ ਜਿਹੜਾ ਛੇਕਣ ਛਕਾਉਣ ਵਾਲਾ ਚੱਕਰ ਆ ਤੇ ਹੋਰ ਮਸਲੇ ਆ, ਉਹਨਾਂ ਦੇ ਸੰਬੰਧ ਵਿੱਚ ਅਕਾਲ ਤਖਤ ਸਾਹਿਬ ਦੇ ਸਨਮੁਖ ਇਕੱਠ ਹੋਊਗਾ। ਜਥੇਦਾਰ ਸਾਹਿਬ ਨੂੰ ਮਿਲਣਗੇ
ਤੇ ਹੋਰ ਸਿੱਖ ਜਥੇਬੰਦੀਆਂ ਜਿਹੜੀਆਂ ਨੇ ਉਹ ਵੀ ਨਾਲ ਹੋਣਗੀਆਂ। ਹੁਣ ਇਹ ਸਾਫ਼ ਜੀ ਗੱਲ ਆ ਵੀ ਜਿਹੜੀ ਬਾਦਲ ਸੈਨਾ ਬੜੀ ਭੂਤਰੀ ਫਿਰਦੀ ਆ ਵੀ ਅਸੀਂ ਬੜੀ ਤੋਪ ਆ, ਉਦਣ ਸਿੱਖ ਕੌਮ ਦੀ ਜਿਹੜੀ ਪੰਥ ਪ੍ਰਸਤੀ ਕੌਮ ਪ੍ਰਸਤੀ ਵਾਲੀ ਧਿਰ ਵਾ ਉਹ ਸਾਰੀ ਉੱਥੇ ਪਹੁੰਚੀ ਹੋਣੀ। ਹੁਣ ਇੱਕ ਮੈਂ ਇੱਥੇ ਗੱਲ ਹੋਰ ਕਰਨੀ ਚਾਹੁੰਦਾ, ਅੱਗੇ ਵੀ ਕਈ ਵਾਰੀ ਕੀਤੀ ਆ ਬਈ ਜਦੋਂ 2001 ਦੇ ਵਿੱਚ ਦਲ ਖਾਲਸਾ ਦਾ ਇੱਕ ਪ੍ਰੋਗਰਾਮ ਸੀ ਤੇ ਉੱਥੇ ਵਰਿੰਦਰ ਵਾਲੀਆ ਜੀ ਇੰਗਲਿਸ਼ ਟ੍ਰਿਬਿਊਨ ਦੇ ਹੁੰਦੇ ਸੀ, ਬਾਅਦ ਚ ਪੰਜਾਬੀ ਟ੍ਰਿਬਿਊਨ ਚ ਵੀ ਗਏ, ਫਿਰ ਜਾਗਰਣ ਚ ਵੀ ਉਹਨਾਂ ਨੇ ਕੀਤੀ ਆ ਪੱਤਰਕਾਰੀ, ਐਡੀਟਰ ਵੀ ਰਹੇ। ਉਹਨਾਂ ਨੇ ਜਾਣ ਕੇ ਅਸ਼ੋਕ ਨੀਰ ਜਿਹੜਾ RSS ਵਾਲਾ ਇੱਥੇ ਅੰਮ੍ਰਿਤਸਰ ਪੱਤਰਕਾਰ ਸੀ ਜਾਗਰਣ ਦਾ, ਪੰਜਾਬੀ ਜਾਗਰਣ ਦਾ, ਉਹਨੂੰ ਕਿਹਾ ਕਹਿੰਦੇ ਬੰਦੇ ਦਾ ਕੁਛ ਨਹੀਂ। ਤੇ ਮੈਂ ਇਹ ਦੱਸ ਦਵਾਂ ਵੀ ਪੂਰਾ ਜ਼ੋਰ ਲਾ ਕੇ ਜਿਹੜਾ ਉਹ ਬਾਜੇ ਢੋਲਕੀਆਂ ਵਾਲੇ ਸਪੀਕਰ ਵਾਲਾ ਵਿੱਚ ਗਿਣ ਲਈਏ 50 ਤੋਂ ਵੱਧ ਬੰਦੇ ਨਹੀਂ ਸੀ, ਤੇ ਲੀਡਰ ਉੱਥੇ ਮਾਨ ਸਾਹਿਬ ਸਮੇਤ ਸਾਰੇ ਜਿਹੜੇ ਪਹੁੰਚੇ ਸੀ। ਉਹ ਅਸ਼ੋਕ ਨੀਰ ਕਹਿੰਦਾ ਵਾਲੀਆ ਸਾਹਿਬ ਨੂੰ, ਵਾਲੀਆ ਜੀ ਤੁਸੀਂ ਇਹ ਛੱਡੋ ਵੀ ਬੰਦੇ ਘਾਟਾ ਕਾ ਵਾਧਾ, ਤੁਸੀਂ ਬੋਲਦੇ ਦੇਖੋ ਕਿੱਥੋਂ। ਇਹ ਉਹੀ ਜਜ਼ਬਾ ਜਿਹੜਾ ਸੂਬਾ ਸਰਹੰਦ ਦੀ ਕਚਹਿਰੀ ਦੇ ਵਿੱਚ ਜਦੋਂ ਸਾਹਿਬਜ਼ਾਦੇ ਉੱਥੇ ਕਹਿੰਦੇ ਆ ਨਾ ਵੀ ਪਹਿਲੀ ਗੱਲ ਤਾਂ ਸਾਨੂੰ ਯਕੀਨ ਹੀ ਨਹੀਂ ਵੀ ਤੂੰ ਸਾਨੂੰ ਛੱਡ ਦੇ, ਪਰ ਜੇ ਛੱਡ ਦਿੱਤਾ ਹੈ ਤਾਂ ਜੰਗਲਾਂ 'ਚ ਜਾਵਾਂਗੇ, ਹਥਿਆਰ ਤੇ ਸ਼ਸਤਰ ਤੇ ਘੋੜੇ ਲੈ ਕੇ ਤੁਹਾਡੇ ਨਾਲ ਲੜਾਂਗੇ। ਸੋ ਪੰਥ ਜਿਹੜਾ ਹੈ ਉਹ ਜਦੋਂ ਇੱਕ ਸਿੱਖ CIA ਸਟਾਫ ਦੇ ਵਿੱਚ ਅਲਫ ਨਗਰ ਕਰਕੇ ਬੇਰਹਿਮੀ ਨਾਲ ਇੰਡੀਅਨ ਸਟੇਟ ਦੇ ਜ਼ਾਲਮ ਬੁੱਚੜ ਜਲਾਦ ਉਹਨੂੰ ਅੰਗ ਅੰਗ ਕੋਹ ਰਹੇ ਹੁੰਦੇ ਨੇ, ਉਦੋਂ ਉਹਦੇ ਰੋਮ ਰੋਮ ਦੇ ਵਿੱਚੋਂ ਪੰਥ ਜਿਹੜਾ ਹੈਗਾ ਉਹ 1.25 ਲੱਖ ਉਹਦੇ ਅੰਦਰੋਂ ਬੋਲ ਕੇ ਦੱਸ ਰਿਹਾ ਹੁੰਦਾ ਕਿ ਅਸੀਂ ਤੁਹਾਡੇ ਸਾਹਮਣੇ ਝੁਕਣਾ। ਇਸੇ ਜਜ਼ਬੇ ਤਹਿਤ ਪਿਛਲੇ ਇਤਿਹਾਸ ਦੇ ਵਿੱਚ ਬੇਅੰਤ ਸਾਖੀਆਂ ਨੇ ਵੀ ਗੁਰੂ ਦੇ ਸਿੱਖ ਨੇ ਉਸ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਨਿਭਾ ਕੇ ਦਿਖਾ। ਸੋ ਜੇਕਰ ਵੋਟਾਂ ਦੀ ਗੱਲ ਆ, ਬਾਦਲ ਦਲ ਦੇ ਜਿਹੜੇ ਰੌਣਕੀ ਰਾਮ ਆ ਅੱਜ ਕੱਲ ਉਹ ਬੜੀ ਭਕਾਈ ਮਾਰਦੇ ਆ ਕਿ ਜਿਹੜੇ ਬੰਦੇ ਸਾਡੇ ਖਿਲਾਫ ਨੇ ਇਹਨਾਂ ਨੂੰ ਵੋਟਾਂ ਨਹੀਂ ਪੈਂਦੀਆਂ। ਵੋਟਾਂ ਤਾਂ ਭਾਈ ਹੁਣ ਤੁਹਾਨੂੰ ਵੀ ਨਹੀਂ ਪੈਂਦੀਆਂ, ਪਰ ਚਲੋ ਵੋਟਾਂ ਤਾਂ ਭਾਈ ਅਮਰੀਕ ਸਿੰਘ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਲੜੇ ਸੀ 1979 ਚ, ਉਹਨਾਂ ਨੂੰ ਵੀ ਨਹੀਂ ਸੀ ਪਈਆਂ। ਸੰਤ ਭਿੰਡਰਾਂ ਵਾਲੇ ਜੇ ਇਲੈਕਸ਼ਨ ਲੜ ਲੈਣ ਦੇ ਸ਼ਾਇਦ ਉਹਨਾਂ ਨੂੰ ਨਾ ਪੈਂਦੀਆਂ, ਪਰ ਅੱਜ ਸਦੀ ਦਾ ਮਹਾਨ ਸਿੱਖ ਉਹਨਾਂ ਨੂੰ ਕਿਉਂ ਲਾਨਣਾ ਪਿਆ? ਜਿਹੜੇ ਸਿੰਘਾਂ ਨੇ ਧਰਮ ਹੇਤ ਸੀਸ ਬਾਰੇ, ਜਿਨ੍ਹਾਂ ਨੇ ਪੰਥ ਲਈ ਤੇਗਾ ਮਾਰੀਆਂ, ਜੇ ਉਹਨਾਂ ਨੂੰ ਕਹੀਏ ਵੀ ਵੋਟਾਂ 'ਚ ਖੜ ਜਾਂਦੇ, ਜੇ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਸ਼ਹੀਦ ਕੇਹਰ ਸਿੰਘ, ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ, ਭਾਈ ਦਿਲਾਵਰ ਸਿੰਘ ਜਾਂ ਹੋਰ ਕੋਈ ਵੀ ਜਿਹੜੇ ਸਾਡੇ ਸਤਿਕਾਰਯੋਗ ਸਾਡੇ ਹੀਰੋ ਨੇ, ਸਾਡੇ ਨਾਇਕ ਨੇ ਕੌਮ ਦੇ, ਜਿਹੜੇ ਵੋਟਾਂ ਵਾਟਾਂ ਵਾਲੇ ਚੱਕਰ 'ਚ ਪੈਣ, ਉੱਥੇ ਵੋਟਾਂ ਵਾਟਾਂ ਵਾਲੇ ਚੱਕਰ ਵਿੱਚ ਤਾਂ ਹੋਰ ਕਹਾਣੀ ਹੁੰਦੀ ਹੈ। ਇਹਨਾਂ ਦਾ ਸਤਿਕਾਰ, ਇਹਨਾਂ ਦਾ ਜਿਹੜਾ ਰਿਗਾਰਡ ਆ, ਉਹ ਅਦਬ, ਉਹ ਕਿਸੇ ਹੋਰ ਤਰੀਕੇ ਨਾਲ ਆ। ਗੁਰੂ ਅੱਖਰ ਆ ਸਾਡੀ ਕੌਮ ਦਾ ਇੱਕ ਸ਼ਬਦ, ਗੁਰੂ ਤੋਂ ਅਗਲਾ ਸ਼ਬਦ ਸ਼ਹੀਦ, ਤੇ ਜਿਹੜਾ ਸ਼ਹੀਦ ਦਾ ਸਤਿਕਾਰ ਆ ਉਹ MLA MPਆਂ ਦਾ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਦਾ ਉਹ ਨਹੀਂ ਹੈ। ਕਿਉਂ ਨਹੀਂ ਹੈਗਾ? ਸ਼ਹੀਦ ਸ਼ਹੀਦ। ਸੋ ਜਿਹੜੇ ਲੋਕ ਇਸ ਗਧੀ ਗੇੜ 'ਚ ਪਏ ਹੋਏ ਨੇ ਕਿ ਯਾਰ ਇਹਨਾਂ ਨੂੰ ਵੋਟਾਂ ਨਹੀਂ ਪੈਂਦੀਆਂ, ਇਹਨਾਂ ਕੋਲੇ ਬੰਦੇ ਨਹੀਂ ਹੁੰਦੇ, ਇਹ ਗੱਲਾਂ ਮੈਂ ਮੰਨ ਲੈਣਾ ਵੀ ਉਹ ਰੌਣਕੀ ਰਾਮ ਬੜੇ ਸਿਆਣੇ ਆ, ਬੜੇ ਦਾਨਸ਼ਵਰ ਨੇ, ਬੜੇ ਬੁੱਧੀਜੀਵੀ ਆ, ਬੜੇ ਵਿਦਵਾਨ ਨੇ, ਪਰ ਇੱਕ ਸ਼ੇਅਰ ਆ ਇਹੋ ਜਿਹਾ ਭੌਂਦੂਆਂ ਦੇ ਬਾਰੇ ਬਈ ਦਾਨਸ਼ਵਰ ਵੀ ਕਰ ਜਾਂਦੇ ਨੇ ਕਈ ਵਾਰੀ ਕਿੱਡੀ ਬੌਣੀ ਗੱਲ। ਦਾਨਸ਼ਵਰ ਵੀ ਕਰ ਜਾਂਦੇ ਨੇ ਕਈ ਵਾਰੀ ਕਿੱਡੀ ਬੌਣੀ ਗੱਲ, ਜੇ ਪੁੱਛੀਏ ਤਾਂ ਕਹਿ ਦਿੰਦੇ ਨੇ ਤੇਰੇ ਸਮਝ ਨਹੀਂ ਆਉਣੀ ਗੱਲ। ਤੋ ਇਹ ਗੱਲ ਸਾਡੇ ਵਰਗਿਆਂ ਨੂੰ ਕਹਿੰਦੇ ਆ ਜੀ ਤੁਹਾਨੂੰ ਨਹੀਂ ਸਮਝ ਆਉਣੀ। ਬੰਦਾ ਤਾਂ ਉਹੀ ਹੁੰਦਾ ਜਿਹਨੂੰ MLA MP ਸ਼੍ਰੋਮਣੀ ਕਮੇਟੀ ਮੈਂਬਰ ਖੜਾਈਏ ਤੇ ਵੋਟਾਂ ਪੈਣ। ਵੋਟਾਂ ਵਾਲੀ ਖੇਡ ਹੋਰ ਆ, ਪਰ ਪੰਥ ਲਈ ਕੁਰਬਾਨੀਆਂ ਕਰਕੇ, ਕੌਮ ਦੇ ਉੱਤੋਂ ਆਪਣੇ ਆਪ ਨੂੰ ਨਿਸ਼ਾਵਰ ਕਰਕੇ ਜਿਹੜਾ ਅਦਬ ਸਤਿਕਾਰ ਤੇ ਰੁਤਬਾ ਕੋਈ ਹਾਸਲ ਕਰ ਸਕਦਾ, ਉਹ ਹੋਰ ਗੱਲ ਹੁੰਦੀ ਹੈ। ਸੋ 18 ਤਰੀਕ ਨੂੰ
ਜਿਹੜਾ ਇਕੱਠ ਅਕਾਲ ਤਖਤ ਸਾਹਿਬ ਦੇ ਸਨਮੁਖ ਸੱਦਿਆ ਗਿਆ, ਉਹ ਹੋਣੇ ਆ ਜਿਨ੍ਹਾਂ ਅੰਦਰ ਬਾਬਾ ਗਰਜਾ ਸਿੰਘ ਤੇ ਬਾਬਾ ਬੋਤਾ ਸਿੰਘ ਵਰਗਿਆਂ ਦੀ ਜਿਹੜੀ ਸੋਚ ਆ ਉਹ ਕੰਮ ਕਰਦੀ। ਇੱਕ ਉਹ ਧਿਰ ਹੁੰਦੀ ਆ ਜਿਹੜੀ ਭਾਰਤੀ ਸਟੇਟ ਦੇ ਮੂਹਰੇ ਲਿਪ ਕੇ ਆਪਦੇ ਆਪ ਨੂੰ ਬੜਾ ਵੱਡਾ ਸਮਝਦੀ ਆ ਕਿ ਦੇਖੋ ਅਸੀਂ ਉਹਨਾਂ ਦੇ ਥਾਪੇ ਹੋਏ ਸੂਬੇਦਾਰ ਆ। ਤੇ ਇੱਕ ਧਿਰ ਉਹ ਹੁੰਦੀ ਆ ਜਿਹੜੀ ਘੋੜੇ ਦੀ ਕਾਠੀ ਉੱਤੇ ਚਾਹੇ ਜੁੱਲੜ ਵੀ ਚੱਜ ਹਲ ਦਾ ਨਾ ਹੋਵੇ, ਪਰ ਉਸ ਟਾਈਮ ਉਹ ਪੰਥ ਨੂੰ, ਕੌਮ ਨੂੰ ਰੀਪ੍ਰਜੈਂਟ ਕਰ ਰਹੀ ਹੁੰਦੀ ਹੈ। ਸੋ ਜਿਹੜੀ ਅਸਲੀ ਕੌਮ ਨੂੰ ਸਮਰਪਿਤ ਧਿਰ ਵਾ, ਉਹਦਾ 18 ਤਰੀਕ ਨੂੰ ਇੱਥੇ ਇਕੱਠ ਜਿਹੜਾ ਸੱਦਿਆ ਗਿਆ, ਉਹਦਾ ਸਾਫ਼ ਜਿਹਾ ਮਤਲਬ ਆ ਕਿ ਜਿਹੜੇ ਲਾਣੇ ਨੂੰ ਇਹ ਚਾਅ ਚੜਿਆ ਹੋਇਆ ਕਿ ਬਸ ਜੀ ਹੁਣ ਆਪਾਂ ਭਾਈ ਨਰਾਇਣ ਸਿੰਘ ਚੌੜੇ ਨੂੰ ਪੰਥ ਚੋਂ ਛੁਕਵਾ ਦੇਣਾ, ਇਹ ਉਹਨਾਂ ਦੇ ਸਾਹਮਣੇ ਇੱਕ ਸਵਾਲ ਜਿਹੜਾ ਹੈਗਾ ਉਹ ਖੜਾ ਹੋ ਜਾਣਾ। ਭਾਈ ਨਰਾਇਣ ਸਿੰਘ ਚੌੜਾ ਛੇਕਣ ਵਾਲੇ ਬੰਦੇ ਕੌਣ ਨੇ? ਉਹ ਜਿਹੜਾ ਚੀਕ ਚਿੰਗਾੜਾ, ਜਿਹੜਾ ਰੌਣਕੀ ਰਾਮ ਲਾਈ ਫਿਰਦੇ ਆ। ਦੇਖੋ, ਇੱਕ ਪਾਸੇ ਉਹ ਪੰਥ ਹੈ ਜਿਹੜਾ ਗੁਰੂ ਲਈ ਲੜਿਆ, ਗੁਰੂ ਲਈ ਅੜਿਆ, ਗੁਰੂ ਦੀ ਬੇਅਦਬੀ ਨਹੀਂ ਸਹਾਰ ਸਕਿਆ, ਮੋਰਚੇ ਲਾਏ, ਜ਼ੁਲਮ ਝੱਲੇ, ਇਹ ਆ ਗੁਰੂ ਦਾ ਪੰਥ। ਤੇ ਉਸ ਮੌਕੇ ਆ ਜਿਹੜੇ ਬਾਦਲ ਦਲੀਏ ਨੇ, ਇਹ ਉਦੋਂ ਬਾਦਲ ਟੱਬਰ ਦੇ ਮਗਰ ਡਟ ਕੇ ਖੜੇ ਰਹੇ। ਇਹ ਉਦੋਂ ਕਦੇ ਮੀਟਿੰਗ ਨਹੀਂ ਕਰਦੇ, ਕਦੇ ਸੁਣਿਆ ਵੀ ਸ਼੍ਰੋਮਣੀ ਕਮੇਟੀ ਨੇ ਮੀਟਿੰਗ ਕੀਤੀ ਹੋਵੇ ਵੀ ਬਰਗਾੜੀ ਚਾਹ ਹੋ ਗਿਆ, ਕਦੇ ਮਤਾ ਪਾਇਆ ਹੋਵੇ ਉਦੋਂ ਨਾਲ ਦੀ ਨਾਲ। ਸੋ ਅਕਾਲ ਤਖਤ ਸਾਹਿਬ, ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਬਾਦਲਕਿਆਂ ਨੇ ਜਿਸ ਤਰੀਕੇ ਨਾਲ ਪੰਥ ਦੇ ਹਿੱਤਾਂ ਦੇ ਉਲਟ ਵਰਤਿਆ, ਉਦੋਂ ਤਾਂ ਇਹਨਾਂ ਨੂੰ ਕਿਸੇ ਨੇ ਨਹੀਂ ਕਿਹਾ ਹੈਗਾ ਵੀ ਆਪਾਂ ਨੂੰ ਸੁਖਬੀਰ ਬਾਦਲ ਪੁੱਠੇ ਕੰਮ ਕਰਾਉਂਦਾ, ਆਪਾਂ ਇਹਨੂੰ ਛੇਕੀਏ, ਵੱਡੇ ਬਾਦਲ, ਉਲਟਾ ਫਖਰੇ ਕੌਮ ਦਿੰਦੇ ਫਿਰਦੇ ਸੀ ਉਹਨੂੰ। ਤੇ ਅੱਜ ਜਦੋਂ ਇੱਕ ਹਵਾਈ ਫਾਇਰ ਵਾਂਗੂ ਗੱਲ ਆ ਉਹ, ਤੇ ਹੁਣ ਚੀਕਾਂ ਮਾਰਨ ਲੱਗੇ ਹੋਏ ਨੇ, ਜਾਣੀ ਕਿ ਬਾਦਲ ਦਲ ਨੂੰ ਗੁਰੂ ਸਾਹਿਬ ਦਾ ਸਤਿਕਾਰ ਕੋਈ ਅਰਥ ਨਹੀਂ ਰੱਖਦਾ। ਜਦੋਂ ਗੁਰੂ ਸਾਹਿਬ ਦੇ ਉੱਤੇ ਅਟੈਕ ਹੋਇਆ ਤੇ ਜਦੋਂ ਸੁਖਬੀਰ ਦੇ ਉੱਤੇ ਅਟੈਕ ਹੋਇਆ, ਫਿਰ ਚੀਕਾਂ ਨਹੀਂ। ਇਹ ਗੱਲ ਜਾਂਦੀ ਕਿੱਧਰ ਨੂੰ? ਕੀ ਦਿਖਾ ਰਿਹਾ ਦੁਨੀਆ? ਖੈਰ, ਫਿਰ ਅਗਲੀ ਗੱਲ ਆ ਜਾਂਦੀ ਆ ਪੱਗ ਦੀ। ਭਾਈ ਨਰਾਇਣ ਸਿੰਘ ਦੀ ਪੱਗ ਲਾਹੁਣ ਵਾਲਿਆਂ ਨੇ ਜੋ ਕਰਤੂਤ ਕੀਤੀ ਸੋ ਕੀਤੀ, ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਅਕਾਲੀ ਦਲ ਦੇ ਪ੍ਰਧਾਨ ਭੂੰਦੜ ਤੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ, ਸੰਸਥਾਵਾਂ ਜਿਹੜੀਆਂ ਨੇ, ਉਹਨਾਂ ਦਾ ਹਾਲ ਚਾਲ ਦੇਖ ਕੇ ਸ਼ਰਮ ਆਉਂਦੀ ਆ ਵੀ ਆਹ ਲੋਕ ਪੰਥ ਦੀ, ਕੌਮ ਦੀ ਸੰਸਥਾਵਾਂ ਦੇ ਉੱਤੇ ਕਾਬਜ ਹੋਏ ਫਿਰਦੇ ਨੇ, ਜਿਨ੍ਹਾਂ ਨੂੰ ਇਹ ਨਹੀਂ ਦਿਖਦਾ ਵੀ ਇੱਕ ਸਿੱਖ ਦੀ ਪੱਗ ਲਾਹੀ ਗਈ ਆ ਤੇ ਲਾਉਣ ਵਾਲਾ ਵੀ ਸਿੱਖ ਹੀ ਆ। ਮੈਂ ਪਿਛਲੇ ਦਿਨੀ ਵੀ ਗੱਲ ਕੀਤੀ ਸੀ ਵੀ ਜਿੱਦਣ ਕੋਈ 4 ਗੁਰੂ ਦੇ ਸਿੱਖ ਉੱਠ ਕੇ ਉਹਦੀਆਂ ਲੱਤਾਂ ਤੋੜ ਦੇਣਗੇ ਜਿਹਨੇ ਪੱਗ ਲਾਹੀ ਆ, ਫੇਰ ਚੀਕਾਂ ਜੀਆਂ ਮਾਰਦੇ ਫਿਰਨਗੇ, ਤੇ ਜਿਹਦੀਆਂ ਲੱਤਾਂ ਟੁੱਟਣੀਆਂ ਉਹ ਵੀ ਆਮ ਸਿੱਖ ਪਰਿਵਾਰ ਚੋਂ ਬੱਚਾ, ਗਲਤੀ ਉਹ ਤੋਂ ਬਹੁਤ ਵੱਡੀ ਹੋ ਗਈ ਭਾਵੇਂ। ਤੇ ਆਹ ਬਾਦਲ ਦਲੀਏ ਉਹਨੂੰ ਪੰਪ ਮਾਰ ਕੇ ਦੂਜੇ ਸਿੱਖਾਂ ਨੂੰ ਚੜਾ ਰਹੇ ਨੇ। ਆ ਜਿਹੜੀ ਨਰਾਇਣ ਸਿੰਘ, ਭਾਈ ਨਰਾਇਣ ਸਿੰਘ ਨੇ ਗੋਲੀ ਚਲਾਈ ਆ, ਉਹਨੂੰ ਵੀ ਤਾਂ ਚੜਾ ਕੇ ਗੋਲੀ ਤੱਕ ਲੈ ਕੇ ਆਂਦਾ ਨਾ। ਜਦੋਂ ਉੱਥੇ ਪਹਿਲੇ ਦਿਨ, ਤਨਖਾਹ ਵਾਲੇ ਦਿਨ, ਉਹਨੂੰ ਪੂਰਾ ਹੀਰੋ ਬਣਾ ਕੇ ਪੇਸ਼ ਕੀਤਾ ਗਿਆ ਮੀਡੀਆ ਦੇ ਵਿੱਚ। ਹੁਣ ਸਮੁੱਚੇ ਸਿੱਖ ਜਗਤ ਨੂੰ, ਖਾਸ ਤੌਰ ਤੇ ਪੰਥਕ ਨੌਜਵਾਨੀ ਨੂੰ ਚੜਾਇਆ ਜਾ ਰਿਹਾ ਵੀ ਆਹ ਬੈਠਾ ਜੀ ਸਾਡੇ ਕੋਲ ਜਿਹਨੇ ਨਰਾਇਣ ਸਿੰਘ ਚੌੜੇ ਦੀ ਪੱਗ ਲਾਈ। ਤੇ ਜੇਕਰ 4 ਜਾਣੇ ਫੜ ਕੇ ਉਹਦੇ ਛੱਤਰ ਫੇਰ ਦੇਣਗੇ, ਉਹਨਾਂ 4 ਤੇ ਮੁਕੱਦਮਾ ਦਰਜ ਹੋਊ, ਉਹ ਵੀ ਆਪਣੇ ਮੁੰਡੇ ਹੋਣੇ ਪੰਥ ਦੇ। ਇਹ ਜਿਹੜੇ ਅੱਜ ਬੋਲਦੇ ਨਹੀਂ ਹੈਗੇ ਸੰਸਥਾਵਾਂ ਦੇ ਉੱਤੇ ਬੈਠੇ ਲੋਕ, ਕਿਉਂ ਨਹੀਂ ਇਹਨਾਂ ਚੋਂ ਕੋਈ ਕਹਿੰਦਾ ਉਸ ਮੁੰਡੇ ਨੂੰ ਵੀ ਚੱਲ ਮੈਂ ਤੈਨੂੰ ਲੈ ਕੇ ਚੱਲਦਾ? ਇੱਕ ਨਾ ਭਾਈ ਪਾਲ ਸਿੰਘ ਫਰਾਂਸ ਆ, ਜਿਹੜੇ ਭਾਈ ਨਰਾਇਣ ਸਿੰਘ ਦੇ ਕੇਸਵਾਰ ਵੀ ਆ ਤੇ ਬੜਾ ਪਿਆਰ ਉਹਨਾਂ ਦਾ। ਭਾਈ ਪਾਲ ਸਿੰਘ ਫਰਾਂਸ ਸਰਕਾਰ ਨੇ ਜਦੋਂ ਉੱਥੇ ਪੱਗ ਦਾ ਜਾਂ ਹੋਰ ਧਾਰਮਿਕ ਚਿੰਨ੍ਹਾਂ ਦੇ ਉੱਤੇ ਬੈਨ ਹੋਇਆ, ਉਦੋਂ ਉਹਨਾਂ ਨੇ ਲੜਾਈ ਲੜੀ
ਤੇ ਉਹਨਾਂ ਦਾ ਬੜਾ ਸਤਿਕਾਰ ਆ ਕੌਮ ਦੇ ਵਿੱਚ। ਇੱਥੇ ਅੱਜ ਕੱਲ੍ਹ ਸੇਵਾ ਕਰਦੇ ਆ ਪੰਜਾਬ 'ਚ। ਤੇ ਆ ਜਿਹੜਾ ਛੋਕਰੂ ਜਿਹਾ ਪੱਗ ਲਾ ਕੇ ਬੜਾ ਡੌਨ ਬਣਿਆ, ਇਹਨੂੰ ਜੇ ਕੋਈ ਅਕਲ ਵਾਲਾ ਹੋਵੇ ਨਾਲ ਲਿਜਾ ਕੇ ਪਾਲ ਸਿੰਘ ਫਰਾਂਸ ਦੇ ਰਾਹੀਂ ਭਾਈ ਨਰੈਣ ਸਿੰਘ ਚੌੜੇ ਨੂੰ ਤਰੀਕ ਤੇ ਜਾ ਕੇ ਮਿਲੇ ਤੇ ਮਾਫੀ ਮੰਗੇ। ਜੇ ਹੋਰ ਨਹੀਂ ਤਾਂ ਗੁਰਦਾਸਪੁਰ ਪਠਾਨਕੋਟ ਇੱਕੋ ਬੈਲਟ ਵਾ, ਚਾਰ ਸਿੰਘਾਂ ਨੂੰ ਨਾਲ ਲੈ ਕੇ 5 ਜਾਣੇ ਜਾਣ ਤੇ ਉੱਥੇ ਜਾ ਕੇ ਭਾਈ ਨਰੈਣ ਸਿੰਘ ਦੇ ਘਰ ਦਸਤਾਰ ਉਹਨਾਂ ਨੂੰ ਦੇ ਕੇ ਉੱਥੇ ਮਾਫੀ ਮੰਗਣ, ਉਹਦੀ ਸਿੰਘਣੀ ਨੂੰ ਕਹਿਣ ਕਿ ਸਾਡੀ ਗਲਤੀ ਆ ਮਾਤਾ, ਸਾਡੇ ਚਪੇੜਾ ਮਾਰ ਲਾ, ਸਾਤੋਂ ਜੋ ਕਰਨ, ਪਰ ਇਹ ਗੱਲ ਸਾਤੋਂ ਹੋ ਗਈ। ਜੇ ਇਹ ਨਹੀਂ ਤਾਂ ਅਕਾਲ ਤਖਤ ਸਾਹਿਬ ਤੇ ਪੱਗ ਲੈ ਕੇ ਆਜੋ ਤੇ ਅਕਾਲ ਤਖਤ ਸਾਹਿਬ ਤੇ ਕਹੋ ਜੀ ਵੀ ਇਹ ਮਰਿਆਦਾ ਅਨੁਸਾਰ ਜਿਹੜੇ ਰਹਿਤਨਾਮੇ ਆ ਉਹਨਾਂ ਅਨੁਸਾਰ ਸਾਤੋਂ ਗਲਤੀ ਉਦੋਂ ਹੋ ਗਈ। ਆ ਦਸਤਾਰ ਜਿਹੜੀ ਆ ਇਹਦੇ ਲਈ ਲਾਉਣ ਲਈ ਜੋ ਤਨਖਾਹ ਸਾਨੂੰ ਲੱਗਣੀ ਚਾਹੀਦੀ ਆ ਉਹ ਲਾਓ। ਉਪਰੰਤ ਜਿਹੜਾ ਹੈਗਾ ਧਰਮ ਪ੍ਰਚਾਰ ਕਮੇਟੀ ਰਾਹੀਂ ਜਾਂ 5 ਜਿਹੜੇ ਆ ਸਿੰਘ ਸ਼੍ਰੋਮਣੀ ਕਮੇਟੀ ਦੇ ਜਾ ਕੇ ਆ ਦਸਤਾਰ ਉਹਦੇ ਘਰੇ ਦੇ ਆਓ। ਇਸ ਤਰੀਕੇ ਨਾਲ ਨੇੜਤਾ ਦਾ ਜਾਂ ਜਿਵੇਂ ਕਹੀਦਾ ਵੀ ਮੇਲ ਮਿਲਾਪ ਦਾ ਜਾਂ ਕੋਈ ਸ਼ਾਂਤੀ ਦਾ ਦੌਰ ਲਿਆਉਣ ਦੀ ਥਾਂ ਉਲਟਾ ਲਲਕਾਰੇ ਮਾਰੇ ਜਾ ਰਹੇ ਨੇ। ਤੇ ਜਿਹੜਾ ਇਹ ਭੁਚਾਲ ਆਉਣਾ ਬਾਅਦ ਵਿੱਚ ਚੀਕਾਂ ਜੀਆਂ ਮਾਰਨਗੇ ਜਿਵੇਂ ਹੁਣ ਕਰਦੇ ਆ, ਹਾਏ ਨਰੈਣ ਸਿੰਘ ਚੌੜੇ ਨੇ ਗੋਲੀ ਮਾਰਤੀ, ਫਿਰ ਪਿੱਟਣ ਨਾਲੋਂ ਮੈਂ ਇੱਕ ਅਗਲੀ ਗੱਲ ਕਰਨੀ ਚਾਹੁੰਦਾ ਥੋੜੀ ਜਿਹੀ, ਕਈਆਂ ਦੇ ਵੈਸੇ ਹਾਜ਼ਮੇ 'ਚ ਨਹੀਂ ਆਉਣੀ ਗੱਲ, ਪਰ ਇੱਥੇ ਪ੍ਰਵਾਹ ਕਰਦਾ ਕੌਣ ਹੈ ਜੀ, ਕਾਹਤੋਂ ਕਰੀਏ ਨਾਲ। ਜਦੋਂ ਇੰਦਰਾ ਗਾਂਧੀ ਦਰਬਾਰ ਸਾਹਿਬ ਤੇ ਹਮਲਾ ਕਰਦੀ ਆ, ਸਿੱਖਾਂ ਉੱਤੇ ਜ਼ੁਲਮ ਕਰਦੀ ਆ, ਉਹਦਾ ਪਰਿਵਾਰ, ਉਹਦੀ ਪਾਰਟੀ ਤੇ ਉਹਦੇ ਸਮਰਥਕ ਉਹਨੂੰ ਨਾ ਰੋਕਦੇ ਆ ਨਾ ਟੋਕਦੇ ਆ, ਉਲਟਾ ਉਹਨੂੰ ਪੱਪ ਮਾਰੀ ਜਾਂਦੇ। ਤੇ ਜਦੋਂ ਇੰਦਰਾ ਗਾਂਧੀ ਸੋਧਾ ਨਾਂ ਦਿੱਤਾ ਇੰਦਰਾ ਨੂੰ, ਫਿਰ ਉਹਦਾ ਪਰਿਵਾਰ ਵੀ ਪਿੱਟਦਾ ਫਿਰੇ, ਫਿਰ ਉਹਦੀ ਪਾਰਟੀ ਕਲਪਦੀ ਫਿਰੇ ਤੇ ਫਿਰ ਉਹਦੇ ਸਮਰਥਕ ਪਿੱਟਦੇ ਫਿਰਨ। ਵੀ ਪਹਿਲਾਂ ਨਹੀਂ ਰੋਕਿਆ ਜਾ ਸਕਦਾ। ਦੋ ਚੀਜ਼ਾਂ ਬੜੀਆਂ ਜ਼ਰੂਰੀ ਨੇ ਜ਼ਿੰਦਗੀ 'ਚ। ਜਦੋਂ ਕਾਰ 'ਚ ਬੈਠਦੇ ਆਪਾਂ ਗੱਡੀ 'ਚ, ਇੱਕ ਹੁੰਦਾ ਐਕਸੀਲੇਟਰ, ਇੱਕ ਹੁੰਦੀ ਆ ਬ੍ਰੇਕ। ਜੇ ਸਮਤੋਲ ਬਣਾ ਕੇ ਚੱਲਾਂਗੇ ਤਾਂ ਗੱਡੀ ਸਮੂਥ ਚੱਲਦੀ, ਪਰ ਜੇ ਐਕਸੀਲੇਟਰ ਹੀ ਦੱਬੀ ਰੱਖਾਂਗੇ ਫਿਰ ਐਕਸੀਡੈਂਟ ਹੁੰਦਾ। ਤੇ ਫਿਰ ਐਕਸੀਡੈਂਟ ਦੇ ਨਾਲ ਤਾਂ ਜਿਹੜਾ ਕੁਝ ਵਾਪਰਦਾ ਫਿਰ ਆਪਾਂ ਨੂੰ ਪਤਾ ਹੀ ਹੈ। ਸੋ ਇੰਦਰਾ ਨੇ ਜਦੋਂ ਐਕਸੀਲੇਟਰ ਤੇ ਪੈਰ ਰੱਖਿਆ ਹੋਇਆ ਸੀ, ਉਦੋਂ ਉਹਦੇ ਟੱਬਰ ਦੇ ਵਿੱਚੋਂ ਕੋਈ ਉੱਠ ਕੇ ਉਹਨੂੰ ਇਹ ਕਹਿਣ ਵਾਲਾ ਨਹੀਂ ਸੀ ਕਿ ਬ੍ਰੇਕਾਂ ਤੇ ਪੈਰ ਰੱਖ ਲਾ ਮਾਤਾ, ਕਾਹਨੂੰ ਮਰਨਾ। ਜਦੋਂ ਉਹ ਫੱਟੇ ਚੱਕੀ ਜਾਂਦੀ ਸੀ ਫਿਰ ਗਾਂਹ ਫੱਟੇ ਚੱਕਣ ਵਾਲੇ ਆ ਗਏ ਤੇ ਨਵੇੜਾ ਹੋ ਗਿਆ। ਹੁਣ ਕੀ ਆ, ਹੁਣ ਹਰ ਸਾਲ ਇੰਦਰਾ ਦਾ ਦਿਨ ਮਨਾਉਂਦੇ ਆ, ਸਾਨੂੰ ਭੋਰਾ ਤਕਲੀਫ ਨਹੀਂ, ਪੰਥ ਨੂੰ ਕੋਈ ਮਤਲਬ ਨਹੀਂ, ਰੱਜ ਕੇ ਮਨਾਓ, ਸਾਡੇ ਹੀਰੋ ਸਾਨੂੰ ਪਿਆਰੇ ਆ। ਤੁਸੀਂ ਇੰਦਰਾ ਗਾਂਧੀ ਨੂੰ ਸ਼ਰਧਾਂਜਲੀਆਂ ਕਿੰਨੀ 2 ਘੰਟੇ ਨਹੀਂ 4 ਘੰਟੇ ਲਾਇਆ ਕਰੋ, ਸਾਨੂੰ ਪਤਾ ਲੱਗਦਾ ਰਹੇ, ਜਿਹੜੇ ਉੱਥੇ ਬੈਠੇ ਆ ਉਹਨਾਂ ਨੂੰ ਸਾਰਿਆਂ ਨੂੰ ਪਤਾ ਲੱਗਦਾ ਰਹੇ ਵੀ ਸਿੱਖ ਛੱਡਦੇ ਨਹੀਂ ਹੁੰਦੇ। ਇਵੇਂ ਹੀ ਬਿਆੰਤੇ ਬੁੱਚੜ ਨੂੰ ਆ ਰਵਨੀਤ ਬਿੱਟੂ ਹੁਣਾਂ ਨੇ ਜਾਂ ਉਹਦੇ ਘਰਦਿਆਂ ਨੇ ਉਦੋਂ ਕੁਛ ਨਹੀਂ ਰੋਕਿਆ ਟੋਕਿਆ ਵੀ ਆਪਾਂ ਲੈਣਾ ਕੀ ਆ ਬੇਦੋਸ਼ੀ ਸਿੱਖਾਂ ਦਾ ਘਾਣ ਕਰਾ ਕੇ, ਨਹੀਂ ਰੋਕਿਆ ਟੋਕਿਆ। ਕਿਸੇ ਨੇ ਨਹੀਂ ਕਿਹਾ ਬ੍ਰੇਕਾਂ ਤੇ ਪੈਰ ਰੱਖੋ। ਤੇ ਜਦੋਂ ਉਹਦੀ ਪਾਰਟੀ ਨੇ, ਉਹਦੇ ਪਰਿਵਾਰ ਨੇ, ਉਹਦੇ ਸਮਰਥਕਾਂ ਨੇ ਉਦੋਂ ਨਹੀਂ ਸਮਝਾਇਆ, ਤੇ ਜਦੋਂ ਭਾਈ ਦਿਲਾਵਰ ਸਿੰਘ ਤੇ ਹੋਰ ਸਿੰਘਾਂ ਨੇ ਰਲ ਕੇ ਸੇਵਾ ਲੁੱਟ ਲਈ, ਹੁਣ ਚੀਕਾਂ ਮਾਰਦੇ ਫਿਰਦੇ ਆ ਭਾਈ ਹੁਣ ਸ਼ਰਧਾਂਜਲੀਆਂ ਭੇਟ ਕਰਿਆ ਕਰੋ। ਇਵੇਂ ਹੀ ਜਦੋਂ ਸੁਖਬੀਰ ਸਿੰਘ ਬਾਦਲ ਸਿੱਖ ਜਵਾਨੀ ਉੱਤੇ ਜ਼ੁਲਮ ਕਰਦਾ ਸੀ, ਜਦੋਂ ਸਿੱਖਾਂ ਨੂੰ ਜਲੀਲ ਕਰਦਾ ਸੀ, ਜਦੋਂ ਬੇਅਦਬੀ, ਸਾਡੇ ਇਸ਼ਟ ਦੀ ਬੇਅਦਬੀ ਕਰਨ ਵਾਲਿਆਂ ਦਾ, ਬੁੱਚੜ ਪੁਲਸੀਆਂ ਦਾ ਸਾਥ ਦਿੰਦਾ ਸੀ, ਹਰ ਪਾਪ ਜਦੋਂ ਸੁਖਬੀਰ ਬਾਦਲ ਕਰਦਾ ਸੀ, ਉਦੋਂ ਬੀਬੀ ਹਰਸਿਮਰਤ ਕੌਰ ਨੂੰ, ਉਦੋਂ ਬਿਕਰਮਜੀਤ ਸਿੰਘ ਮਜੀਠੀਏ ਨੂੰ, ਤੇ ਜਿਹੜੀ ਆ ਕੈਰੋਂ ਪਰਿਵਾਰ ਚ ਸੁਖਬੀਰ ਸਿੰਘ ਬਾਦਲ ਦੀ ਭੈਣ ਵਿਆਹੀ ਹੋਈ ਆ, ਜਾਂ ਹੋਰ ਉਹਨਾਂ ਦੀ ਰਿਸ਼ਤੇਦਾਰੀ ਚੋਂ ਕਿਸੇ ਨੇ ਨਹੀਂ ਉਹਨੂੰ ਕਿਹਾ ਵੀ ਬ੍ਰੇਕਾਂ ਤੇ ਪੈਰ ਰੱਖ, ਕਿੱਧਰ ਨੂੰ ਚੱਲੇ ਆ ਤੂੰ, ਐਕਸੀਡੈਂਟ ਹੋ ਜੂ, ਕਿਸੇ ਨੇ ਨਹੀਂ ਕਿਹਾ। ਜਦੋਂ ਉਹ ਇਹ ਜ਼ੁਲਮ ਕਰਦਾ ਸੀ, ਆ ਸਾਰੀ ਪਾਰਟੀ ਤੇ ਆ ਸਾਰੇ ਜਿਹੜੇ ਉਹਦੇ ਸਾਥੀ ਸਮਰਥਕ ਸੀ, ਮੈਨੂੰ ਚੰਗੀ ਤਰ੍ਹਾਂ ਚੇਤੇ ਆ, ਬਰਗਾੜੀ ਤੇ ਬਾਈਬਲ ਅੱਖਰ ਲਿਖਣ ਸਾਰ ਸੋਸ਼ਲ ਮੀਡੀਆ ਤੇ ਉਹ ਗੰਦ ਬਕਿਆ ਜਾਂਦਾ ਸੀ, ਫੋਨ ਕਰ ਕਰਕੇ ਗੰਦੀਆਂ ਫੋਟੋਆਂ ਬਣਾ ਕੇ ਪਾਉਂਦੇ ਹੁੰਦੇ ਸੀ। ਸੋ ਇਹ ਸਾਰਾ ਕੁਝ ਕਰਨ ਕਰਾਉਣ ਵਾਲੇ, ਇਹ ਸਾਰੀਆਂ ਗੱਲਾਂ ਤੋਂ ਬਾਅਦ ਨਾ ਉਹਦੇ ਸਮਰਥਕਾਂ ਨੇ, ਨਾ ਪਰਿਵਾਰ ਨੇ, ਨਾ ਪਾਰਟੀ ਨੇ ਉਹ ਤਾਂ ਰੋਕਿਆ ਨਹੀਂ। ਹੁਣ ਇੱਕ ਗੋਲੀ ਚੱਲ ਗਈ, ਹੁਣ ਚੀਕਾਂ ਮਾਰਦੇ ਫਿਰਦੇ ਆ ਜੀ ਉਹਨੂੰ ਮਾਰ ਦੇਣਾ ਸੀ।
ਉਹ ਭਾਈ ਜਿਵੇਂ ਇੰਦਰਾ ਗਾਂਧੀ ਦੇ ਸਮਰਥਕ ਉਹਦੇ ਪਰਿਵਾਰ ਵਾਲੇ ਜਿਹੜੇ ਆ, ਬੇਅੰਤ ਸਿੰਘ ਦੇ ਸਮਰਥਕ ਉਹਦੇ ਪਰਿਵਾਰ ਵਾਲੇ ਆ ਜਿਹੜੇ, ਜਿਵੇਂ ਉਹ ਸ਼ਰਧਾ ਦੇ ਫੁੱਲ ਭੇਟ ਕਰਦੇ ਆ, ਤੁਸੀਂ ਕਰ ਲਿਆ ਕਰਦੇ, ਇੱਥੇ ਕੀ ਹੁੰਦਾ ਸੀ, ਫਿਰ ਕੀ ਹੋ ਜਾਣਾ ਸੀ? ਸ਼ਰਧਾ ਦੇ ਫੁੱਲ ਭੇਟ ਕਰਨੇ ਸੀ ਨਾ, ਉਹ ਕਰ ਲੈਂਦੇ 2 ਘੰਟੇ ਚਾਹੇ 10 ਘੰਟੇ। ਮਤਲਬ ਤੁਸੀਂ ਤਾਂ ਗੁਰੂ ਕੇ ਲੰਗਰ ਜਾਂ ਹਰ ਚੀਜ਼ ਗੁਰੂ ਪਦ ਦਾ ਵਰਤਦੇ ਹੋ ਨਾ, ਸਾਰਿਆਂ ਨੂੰ ਹੀ ਪਤਾ ਹੈਗਾ ਵੀ ਤੁਸੀਂ ਜਦੋਂ ਤੁਹਾਡੇ ਕੋਈ ਖੁਸ਼ੀ ਗਮੀ ਹੁੰਦੀ ਆ ਉਹ ਤੁਹਾਨੂੰ ਪੰਥ ਨੇ ਫੇਰ ਦੇ ਦਿਆ ਕਰਨਾ ਸੀ। ਬੀਬੀ ਹਰਸਿਮਰਤ ਕੌਰ ਨੂੰ, ਬਿਕਰਮਜੀਤ ਸਿੰਘ ਮਜੀਠੀਏ ਨੂੰ, ਜਾਂ ਹੋਰ ਜਿਹੜਾ ਇਹਨਾਂ ਦੇ ਆ ਨਾਲ ਦੇ ਪਿੱਟਦੇ ਫਿਰਦੇ ਆ ਹੁਣ ਵੀ ਹਾਏ ਗੋਲੀ ਚੱਲ ਗਈ, ਇਹਨਾਂ ਨੂੰ ਉਦੋਂ ਕਿਉਂ ਨਹੀਂ ਚੇਤਾ ਆਇਆ ਕਿ ਇੰਦਰਾ ਦਾ, ਬੇਅੰਤੇ ਦਾ ਕੀ ਹਾਲ ਕੀਤਾ ਸਿੱਖਾਂ? ਹੁਣ ਕਰਤੂਤ ਕਰਨ ਮੌਕੇ ਤਾਂ ਕਹਿੰਦੇ ਆ ਅਸੀਂ, ਜਿਵੇਂ ਹੁਣ ਆਹ ਮੁੰਡੇ ਨੂੰ ਮੂਹਰੇ ਲਾ ਕੇ ਉਹਨੂੰ ਪੰਪ ਮਾਰਨ ਲੱਗੇ ਆ ਵੀ ਪੱਗ ਲਾ ਲਈ ਚੱਕ ਦਿਆਂਗੇ ਫੱਟੇ, ਤੇ ਜਦੋਂ 21 ਦੇ 41 ਜਾਂ 151 ਪੈ ਗਏ ਫੇਰ ਕਾਹਨੂੰ ਚੀਕਾਂ ਮਾਰਦੇ ਹੋ ਜੀ? ਜਦੋਂ ਤੁਹਾਡੇ ਕੋਲੇ ਰਾਜ ਭਾਗ ਦੀ ਤਾਕਤ ਆਉਂਦੀ ਆ ਉਦੋਂ ਤੁਸੀਂ ਪੰਥ ਦਾ ਬੇੜਾ ਗਰਕ ਕਰਨ ਦੇ ਲਈ ਆਰਐਸਐਸ ਨਾਲ, ਡੀਪ ਸਟੇਟ ਨਾਲ ਰਲ ਕੇ ਅੱਤਵਾਦੀ ਤੋਂ ਘੱਟ ਨਹੀਂ ਬੋਲਦੇ ਸਿੱਖਾਂ ਨੂੰ, ਸਿੱਖਾਂ ਉੱਤੇ ਜ਼ੁਲਮ ਕਰਦੇ। ਤੇ ਜਦੋਂ ਮੂਹਰੋਂ ਤਾਂ ਗਾਹ ਵੀ ਮਾਤਾ ਦਾ ਮਾਲ ਤਾਂ ਬੈਠਾ ਨਹੀਂ, ਗਾਹ ਕਲਗੀਧਰ ਦੇ ਲਾਲ ਬੈਠੇ, ਫਿਰ ਚੜਾਉਂਦੇ ਹੋ। ਆ ਜਿਹੜੇ ਫਿਰਦੇ ਆ ਨਾ ਰੌਣਕੀ ਰਾਮ ਚੀਕਾਂ ਜਿਹੀਆਂ ਮਾਰਦੇ ਟੀਵੀ ਚੈਨਲਾਂ ਦੇ ਉੱਤੇ, ਇਹਨਾਂ ਨੂੰ ਇਹ ਨਹੀਂ ਦਿਖਦਾ ਵੀ ਜਿੱਦਣ ਤਨਖਾਹ ਲੱਗੀ, ਜਿੱਦਣ ਪਹਿਲਾ ਦਿਨ ਸੀ, ਉਹ ਦੇਖੋ ਸਹੀ 2 ਚੀਜ਼ਾਂ ਦੇਖੇ ਬਗੈਰ ਸੁਖਬੀਰ ਬਾਦਲ ਤੇ ਚੱਲੀ ਗੋਲੀ ਦੀ ਸਮਝ ਨਹੀਂ ਆਉਣੀ। ਜਿਸ ਮੌਕੇ ਉਹ ਅਕਾਲ ਤਖਤ ਸਾਹਿਬ ਦੇ ਸਨਮੁਖੇ ਸਾਰਾ ਲਾਣਾ ਖੜਾ ਸੀ, ਜਦੋਂ ਉਹਨੇ ਗੁਨਾਹ ਮੰਨੇ, ਇਹਨਾਂ ਨੇ ਸਾਰੇ ਸੋਸ਼ਲ ਮੀਡੀਆ ਦੇ ਉੱਤੇ ਇੱਕੋ ਗੱਲ, ਬਈ ਬੜਾ ਵੱਡਾ ਅਹਿਸਾਨ ਕੀਤਾ ਸੁਖਬੀਰ ਬਾਦਲ ਨੇ, ਮੰਨ ਗਿਆ ਬਈ, ਕਮਾਲ ਹੋ ਗਈ, ਦੇਖੋ ਬਈ ਬੱਲੇ ਬੱਲੇ, ਵਾਹ ਬਈ ਵਾਹ। ਹੁਣ ਵੀ ਜਿੰਨੇ ਇਹਨਾਂ ਦੇ ਸਮਰਥਕ ਰੌਣਕੀ ਰਾਮ ਟੀਵੀ ਚੈਨਲਾਂ ਤੇ ਬੋਲਦੇ ਆ, ਉਹ ਇਹੀ ਗੱਲ ਕਹਿੰਦੇ ਕਿ ਤੁਸੀਂ ਕਿਹੜੀ ਗੱਲ ਕਰਦੇ ਹੋ ਜੀ, ਉਹਦੇ ਜਿਹੜਾ ਮਹਾਨ ਕਿੱਥੋਂ ਧਰਤੀ ਤੇ ਹੋ ਜੂ, ਉਹ ਤਾਂ ਮਤਲਬ ਵਾਹਿਦ ਲੀਡਰ ਆ ਕੌਮ ਦਾ। ਇਹੋ ਜਿਹੇ ਪਾਪੀ ਬੰਦੇ ਨੂੰ ਜਦੋਂ ਇਉਂ ਵਡਿਆਇਆ ਜਾਊਗਾ, ਜਿਨ੍ਹਾਂ ਨੇ ਪਿਛਲੇ 15 ਸਾਲ ਇਹ ਝੱਲਿਆ, ਉਹ ਕੀ ਕਰਨ ਜੀ, ਉਹ ਕਿੱਥੇ ਜਾਣ? ਉਹ ਗਾਲਾਂ ਗੋਲਾਂ ਨਾਲ ਹੀ ਸਾਰੀ ਜਾਂਦੇ ਸੀ, ਤੁਸੀਂ ਗੋਲੀ ਤੱਕ ਲੈ ਕੇ ਆਏ। ਹੁਣ ਆਹੀ ਕੰਮ ਉਹ ਮੁੰਡੇ ਨਾਲ ਕਰਾਉਣ ਨੂੰ ਫਿਰਦੇ ਹੋ ਤੁਸੀਂ। ਮੈਨੂੰ ਚੰਗੀ ਤਰ੍ਹਾਂ ਯਾਦ ਆ ਵੀ ਪੱਗ ਪਿੱਛੇ ਕੀ ਕੁਛ ਇੱਥੇ ਵਾਪਰਦਾ ਰਿਹਾ। ਚਲੋ ਉਧਰ ਨੂੰ ਨਾ ਤੋਰੀਏ ਗੱਲ, ਕੱਤੂ ਨੰਗਲ ਮਾਨ ਸਾਹਿਬ ਦੀ ਪੱਗ ਲਾਈ, ਹੋਰ ਬੜੀਆਂ। ਇਹਨਾਂ ਨੂੰ ਲੱਗਦਾ ਪੱਗ ਲਾਉਣੀ ਸੌਖੀ ਗੱਲ, ਪਰ ਐਤਕੀ ਭਚੀਕੜ ਪਊਗਾ। ਜਿਹੜੇ ਬਾਦਲ ਦਲੀਏ ਸਾਡਾ ਪ੍ਰੋਗਰਾਮ ਸੁਣ ਕੇ ਬਾਅਦ ਚ ਚੀਕਾਂ ਜਿਹੀਆਂ ਮਾਰਦੇ ਹੁੰਦੇ ਆ ਕਿ ਬਾਦਲ ਦਾ ਸ਼ੌਂਸ਼ਣਾ, ਉਹ ਤੁਹਾਨੂੰ ਭਰਾਵੋ ਹੱਥ ਬੰਨ ਕੇ ਬੇਨਤੀ ਆ ਵੀ ਰਾਣੇ ਨੂੰ ਤੇ ਆ ਜਿੰਨੇ ਉਹਨੂੰ ਪੰਪ ਦੇ ਨਾਲ ਇਹਨਾਂ ਨੂੰ ਸਮਝਾਓ। ਇੱਕ ਵਾਰੀ ਹਿੰਦੂ ਸ਼ਿਵ ਸੈਨਾ ਨੇ ਐਲਾਨ ਕਰਤਾ ਵੀ 51,000 ਰੁਪਈਆ ਦੇਵਾਂਗੇ ਜਿਹੜਾ ਸਿਮਰਨਜੀਤ ਸਿੰਘ ਮਾਨ ਦੀ ਪੱਗ ਲਾ ਕੇ ਉਹਦੇ ਥੱਪੜ ਮਾਰ ਕੇ ਲੈ ਕੇ ਆਓ। ਅਖਬਾਰਾਂ 'ਚ ਬਿਆਨ ਛਪਿਆ। ਉਹ ਪੜ੍ਹਨ ਸਾਰ ਮੈਨੂੰ ਅੱਗ ਲੱਗ ਗਈ। ਉਦੋਂ ਸੋਸ਼ਲ ਮੀਡੀਆ ਦੇ ਉੱਤੇ ਮੈਂ ਤੁਰੰਤ ਲਿਖਿਆ ਵੀ ਦੇਖਾਂਗੇ। ਉਹ ਤੋਂ ਬਾਅਦ ਜੋ ਕੁਛ ਸਾਤੋਂ ਸਰਿਆ ਬਣਿਆ ਕੀਤਾ ਵੀ, ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਸੇਵਾ ਹੋਈ। ਉਸ ਤੋਂ 15 ਮਿੰਟ ਤੋਂ ਬਾਅਦ ਸੋਸ਼ਲ ਮੀਡੀਆ ਤੇ ਇੱਕ ਹੜ੍ਹ ਆ ਗਿਆ ਮਾਨ ਸਾਹਿਬ ਦੇ ਮਸਲੇ ਵਿੱਚ, ਪੱਗ ਦੇ ਮਸਲੇ 'ਚ ਸਾਰਾ ਲੋਕ ਬੜੇ ਲਿਖ ਰਹੇ। ਤੇ ਮਾਨ ਦਲ ਨਾਲ ਸੰਬੰਧਿਤ ਕੁਝ ਬੰਦੇ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਸਾਡੀ ਉਹਨਾਂ ਨਾਲ ਬਹੁਤੀ ਜ਼ਿਆਦਾ ਟਿਊਨਿੰਗ ਨਹੀਂ ਹੈਗੀ, ਸੁਰ ਨਹੀਂ ਰਲਦੀ, ਮਤਭੇਦ ਸੀਗੇ, ਉਹਨਾਂ ਨੇ ਕਿਹਾ ਕਿ ਯਾਰ ਸਾਨੂੰ ਤਾਂ ਅਜੇ ਪਤਾ ਵੀ ਨਹੀਂ ਸੀ ਲੱਗਿਆ, ਤੁਸੀਂ ਤਾਂ ਬਹੁਤ ਵਧੀਆ ਸੇਵਾ ਕੀਤੀ, ਬੜਾ ਵਧੀਆ ਲੱਗਿਆ ਤੁਸੀਂ ਬੋਲੇ। ਮੈਂ ਇਹ ਗੱਲ ਉਦੋਂ ਸਰਦਾਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੂੰ ਕਹੀ ਸੀ ਕਿ ਮਾਨ ਸਾਹਿਬ ਤਾਂ ਚਲੋ ਸਾਡੇ ਵਿੱਚੋਂ ਨੇ, ਪਰ ਸਾਡੀ ਜਵਾਨੀ ਦਾ, ਸਾਡੇ ਪੰਥਕ ਜਜ਼ਬੇ ਦਾ ਸੀ ਕਿ ਹੋਰ ਅਚਾਰ ਪਾਉਣਾ ਜੇ ਸਾਡੇ ਆਗੂਆਂ ਦੀਆਂ ਪੱਗਾਂ ਹਿੰਦੂ ਸ਼ਿਵ ਸੈਨਾ ਵਾਲੇ ਕਹਿਣਗੇ ਅਸੀਂ ਲਾ ਕੇ ਲੈ ਜਾਵਾਂਗੇ। ਪੱਗ ਤਾਂ ਜੇ ਬਾਦਲ ਦੀ ਵੀ ਕੋਈ ਕਵੇ ਨਾ ਵੀ ਅਸੀਂ ਲਲਕਾਰ ਕੇ ਲਾ ਕੇ ਲੈ ਜਾਵਾਂਗੇ, ਫਿਰ ਲੈਣ ਨਹੀਂ ਦਿੰਦੇ। ਪੱਗ ਤਾਂ ਅਸੀਂ ਉਹਦੀ ਵੀ ਨਹੀਂ ਲੈਣ ਦਿੰਦੇ। ਇਹ ਗੱਲ ਕਹਿਣ ਮੌਕੇ ਮੇਰੇ ਅੰਦਰ ਇਹ ਸੀਗਾ, ਸੱਚਾ ਸੀ। ਜੇ ਸੁਖਬੀਰ ਦੀ ਵੀ ਕੋਈ ਪੱਗ ਕਵੇ ਬਾਹਮਣ ਬਾਣੀਆਂ ਕੋਈ ਲਾ ਕੇ ਲੈ ਜਾਵਾਂਗੇ, ਏਦਾਂ ਨਹੀਂ। ਸੋ ਇੱਕ ਪਾਸੇ ਤਾਂ ਸਾਡੀ ਪੰਥ ਦੇ ਅੰਦਰ ਇਹ ਭਾਵਨਾ, ਕੌਮ ਦੀ ਜਵਾਨੀ ਅੰਦਰ, ਜਿਹਨੂੰ ਇਹ ਕਹਿੰਦੇ ਨੇ ਵੀ ਉਹ ਬੜੇ ਮਾੜੇ ਆ ਜੀ ਖਾਲਿਸਤਾਨੀ, ਤਾਂ ਤੇ ਚੰਗੇ ਆ ਨੇ ਜਿਹੜੇ ਕਦੇ ਮਾਨ ਦੀ ਪੱਗ ਲਾ ਕੇ ਲੈ ਗਏ, ਕਦੇ ਕਿਹਦੀ ਪੱਗ ਲਾ ਕੇ ਲੈ ਗਏ। ਲੁਧਿਆਣੇ ਇੱਕ ਵਾਰੀ ਇਹਨਾਂ ਨੇ ਉੱਥੇ ਕੀਤੀ ਸੀ ਇਹੋ ਜਿਹੀ ਹਰਕਤ। ਸੋ ਜਿਹੜਾ ਪੰਥਕ ਲਾਣਾ ਹੈ
ਉਹਦੀ ਕੀ ਚੰਗਿਆਈ ਆ ਜੇ ਉਹ ਦੇਖਣਾ ਹੋਵੇ। ਆ ਬਾਦਲ ਦਲ ਦੇ ਥਾਪੇ ਹੋਏ ਜਥੇਦਾਰਾਂ ਨੂੰ ਕਦੇ ਕਿਸੇ ਨੇ ਮਾੜਾ ਚੰਗਾ ਮੈਂ ਨਹੀਂ ਬੋਲਦੇ ਦੇਖਿਆ ਵੀ ਇਹਨਾਂ ਨੇ। ਹਾਂ, ਉਹ ਕਹਿੰਦੇ ਜੀ ਅਸੀਂ ਤਾਂ ਚੱਬੇ ਵਾਲਿਆਂ ਨੂੰ ਮੰਨਦੇ ਹਾਂ, ਅਸੀਂ ਤੁਹਾਨੂੰ ਨਹੀਂ ਮੰਨਦੇ। ਹਰ ਵਾਰੀ ਬੰਦੀ ਛੋੜ ਦਿਹਾੜੇ ਮੌਕੇ ਟਕਰਾਅ ਵੀ ਹੁੰਦਾ ਰਿਹਾ, ਪਰ ਕਦੇ ਕਿਸੇ ਨੇ ਕੋਈ ਅਪਸ਼ਬਦ ਕੋਈ ਮਾੜੀ ਗੱਲ ਨਹੀਂ ਕਹੀ। ਆ ਹੁਣ ਪਿਛਲੇ 5-10 ਦਿਨ ਤੋਂ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਦਾ ਜਲੂਸ ਨਿਕਲਦਾ ਦੇਖ ਸਕਦੇ ਹੋ। ਗੰਦੀਆਂ ਭੈੜੀਆਂ ਗੱਲਾਂ ਉਹਨਾਂ ਦੇ ਬਾਰੇ ਲਿਖੀਆਂ ਜਾ ਰਹੀਆਂ। ਕੌਣ ਲਿਖਦਾ? ਕਿਹਨੂੰ ਵਹਿਮ ਆ ਜੀ? ਕਿਹਨੂੰ ਨਹੀਂ ਪਤਾ ਹੈਗਾ ਵੀ ਉਹ ਬਾਦਲ ਸੈਨਾ ਲਿਖਾਉਂਦੀ। ਸੋ ਬਾਦਲ ਦਲ ਵਾਲੇ ਬਾਦਲ ਸੈਨਾ ਦੇ ਸਹਾਰੇ ਕੌਮ ਨੂੰ ਜਲੀਲ ਕਰਕੇ, ਕੌਮ ਦੀ ਬਾਹ ਮਰੋੜ ਕੇ, ਕੌਮ ਦੀਆਂ ਪੱਗਾਂ ਲਾਹ ਕੇ ਜਿਹੜਾ ਕੁਝ ਭਾਲਦੇ ਫਿਰਦੇ ਆ ਉਹ ਮਿਲਣਾ ਨਹੀਂ, ਤੇ ਇੱਥੇ ਕੁਝ ਹੋਰ ਬਣ ਸਕਦਾ। ਤੋ ਅਸੀਂ ਚਾਹੁੰਦੇ ਆ ਕਿ ਖਾਨਾ ਜੰਗੀ ਨਾ ਹੋਵੇ, ਆਪਸ ਵਿੱਚ ਡਾਂਗੋ ਸੋਟੀ ਪੱਗਾਂ ਪੁੱਗੋ ਨਾ ਲਈਏ। ਇਹ ਚੀਜ਼ ਦੇ ਵਿੱਚ ਅਸੀਂ ਆਪਦੀ ਇੱਕ ਸਾਰਥਕ ਭੂਮਿਕਾ ਸਮਝਦੇ ਆ ਵੀ ਨਿਭਾਈਏ। ਤੇ ਇਸੇ ਕਰਕੇ ਜਿਹੜੇ ਰੌਣਕੀ ਰਾਮ ਇਹਨਾਂ ਦੇ ਬਣੇ ਹੋਏ ਨੇ ਉਹਨਾਂ ਨੂੰ ਬੇਨਤੀ ਜੀ ਕਰਦੇ ਆ ਕਿ ਤੁਹਾਨੂੰ ਤਾਂ ਸ਼ਰਮ ਹੈ ਨਹੀਂ। ਸਾਨੂੰ ਅੱਜ ਵੀ ਆਉਂਦੀ ਆ ਵੀ ਕਿਸੇ ਦੀ ਸਿੱਖ ਦੀ ਪੱਗ ਨਾ ਲਵੇ। ਜੇ 4 ਜਾਣੇ ਉਹਦੇ ਚਪੇੜਾ ਮਾਰ ਕੇ ਗੁੱਸੇ 'ਚ ਪੱਗ ਲਾ ਕੇ ਲੈ ਗਏ ਤਾਂ ਵੀ ਸਾਡੇ ਲਈ ਤਾਂ ਮਾੜੀ ਗੱਲ ਹੀ ਆ। ਪਰ ਇਸ ਪਾਸੇ ਨੂੰ ਪੰਥ ਨੂੰ ਨਾ ਤੋਰੋ, ਇਸ ਪਾਸੇ ਨੂੰ ਨਾ ਤੋਰੋ। ਸੋ ਜਿਹੜੇ ਤੁਹਾਨੂੰ ਸੁਖਬੀਰ ਸਿੰਘ ਬਾਦਲ ਇਉਂ ਲੱਗਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾਂ ਹੋ ਗਈ ਤਾਂ ਕੋਈ ਗੱਲ ਨਹੀਂ, ਸੁਖਬੀਰ ਨੂੰ ਕੋਈ ਕੁਝ ਨਾ ਕਹਿ ਜਾਵੇ, ਇਹ ਗੱਲ ਤੁਹਾਨੂੰ ਬਾਦਲ ਸੈਨਾ ਨੂੰ ਚੰਗੀ ਲੱਗਦੀ ਹੋਊਗੀ। ਸਮੁੱਚੇ ਸਿੱਖ ਜਗਤ ਲਈ ਇਹ ਗੱਲ ਕੋਈ ਨਹੀਂ ਹੈ। ਤੁਹਾਡੇ ਵਰਗੇ ਉਹ ਸੀ ਜਿਹੜੇ ਕਹਿੰਦੇ ਸੀ ਇੰਦਰਾ ਇਜ਼ ਇੰਡੀਆ, ਇੰਡੀਆ ਇਜ਼ ਇੰਦਰਾ। ਉਹਨਾਂ ਨੂੰ ਅੱਜ ਵੀ ਇੰਦਰਾ ਗਾਂਧੀ ਬੜੀ ਪਿਆਰੀ ਲੱਗਦੀ ਆ। ਬੜੇ ਤੁਹਾਡੇ ਇਹੋ ਜਿਹੇ ਹੈਗੇ ਆ ਸਿੱਖਾਂ ਦੇ ਵਿੱਚ ਬਰੀਡ, ਇਹੋ ਜਿਹੀ ਨਸਲ ਹੈਗੀ ਜਿਹੜੀ ਅੱਜ ਵੀ ਇੰਦਰਾ ਨੂੰ ਪਿਆਰ ਕਰਦੀ ਆ, ਜਿਹੜੀ ਬੇਅੰਤ ਸਿੰਘ ਨੂੰ ਪਿਆਰ ਕਰਦੀ ਆ। ਸਾਨੂੰ ਭੋਰਾ ਨਹੀਂ, ਤੁਸੀਂ ਸੁਖਬੀਰ ਦੀਆਂ ਵੀ ਫੋਟੋਆਂ ਲਾ ਲਿਓ। ਬਿਸ਼ੱਕ ਦੀ ਜਿਵੇਂ ਸਰਸੇ ਵਾਲੇ ਦੇ ਲੌਕਟ ਜਿਹੇ ਬਣੇ ਹੋਏ ਨੇ ਨਾ, ਉਵੇਂ ਲੌਕਟ ਜਿਹੇ ਬਣਵਾ ਲਓ ਸੁਖਬੀਰ ਦੇ ਫੋਟੋ ਵਾਲੇ, ਪਾਈ ਫਿਰੋ ਗਲ 'ਚ। ਕੋਈ ਸ਼ਰਮ ਨਹੀਂ, ਕੋਈ ਸਾਨੂੰ ਮਤਲਬ ਨਹੀਂ। ਜੇ ਮਰ ਮੁਰ ਗਿਆ ਸ਼ਰਧਾ ਦੇ ਫੁੱਲ ਭੇਟ ਕਰਨੇ ਹੋਏ ਦੱਸ ਦਿਓ, ਤੁਹਾਨੂੰ ਫੰਡ ਇਕੱਠਾ ਕਰਕੇ ਦੇ ਦਾਂਗੇ। ਪਰ ਜੇ ਮਾੜਾ ਮੋਟਾ ਤੁਹਾਡੇ ਹੈਗਾ ਅੰਦਰ ਅਣਖ ਦਾ ਮਾਦਾ, ਜੇ ਸਿੱਖਾਂ ਦੇ ਘਰੇ ਜੰਮੇ ਹੋ ਤਾਂ ਸ਼ਰਮ ਕਰੋ, ਡੁੱਬ ਕੇ ਮਰ ਜਾਓ ਵੀ ਅਸੀਂ ਕਰ ਕੀ ਰਹੇ। ਅੱਜ ਵੀ ਕਿਸੇ ਦੀ ਪੱਗ ਲਾ ਦਾਂਗੇ, ਕਿਸੇ ਨੂੰ ਛੇਕ ਦਿਆਂਗੇ। ਤੇ ਪਹਿਲੋਂ ਜਿਹੜਾ ਕੁਝ ਕੀਤਾ ਉਹ ਕੀ ਆ? ਪਹਿਲੋਂ ਵਾਲੇ ਤਾਂ ਨਿਬੇੜ ਲਓ। ਤੋ ਖਾਲਸਾ ਪੰਥ ਬਖਸ਼ਿੰਦ ਹੈ, ਅਕਾਲ ਤਖਤ ਸਾਹਿਬ ਬਖਸ਼ਿੰਦ ਹੈ। ਉੱਥੇ ਆਹੀ ਕੁਝ ਹੋ ਸਕਦਾ ਸੀ, ਉਹਨਾਂ ਨੇ ਕਰਤਾ। ਪਰ ਚੜਾਉਣਾ ਪੰਥ ਨੂੰ, ਜਲੀਲ ਕਰਨਾ ਕਿ ਦੇਖਿਆ ਆ ਦੇਖੋ ਆ ਬੈਠੇ ਆ ਬਣ ਕੇ, ਉੱਥੇ ਬਾਹਰ ਲਾ ਕੇ ਉਹ ਆਪਦੇ ਆਪ ਨੂੰ ਹੀਰੋ ਜਿਹਾ ਦਿਖਾਉਣਾ ਚੈਨਲਾਂ ਦੇ ਉੱਤੇ। ਕਿਉਂ ਨਹੀਂ ਕਿਹਾ ਕਿ ਸਾਡੇ ਕੋਲੇ ਕੋਈ ਚੈਨਲ ਵਾਲਾ ਨਾ ਆਵੇ ਜੀ, ਅੱਜ ਅਸੀਂ ਤਾਂ ਤਨਖਾਹ ਭੁਗਤ ਰਹੇ। ਇਹ ਤਾਂ ਉਹ ਗੱਲ ਹੋਈ ਪਈ ਆ ਨਾ, ਕੋਈ ਕਿਸੇ ਨੂੰ ਮੂੰਹ ਕਾਲਾ ਕਰਕੇ ਗਧੇ ਤੇ ਬਿਠਾ ਕੇ ਪਿੰਡ 'ਚ ਗੇੜਾ ਦੇਣ ਦੇ ਲਈ ਕਹਿ ਦਿੱਤਾ, ਸਜ਼ਾ ਦਿੱਤੀ ਕਿਸੇ ਦੁਸ਼ਟ ਨੂੰ। ਉਹ ਗਲੀਆਂ ਦੇ ਉੱਤੇ ਮਗਰ ਉਹਦੇ ਲੋਕ ਹੋ ਹੱਲਾ ਕਰਦੇ ਆਉਂਦੇ ਆ, ਗਧੇ ਤੇ ਬੈਠਾ। ਤੇ ਜਦੋਂ ਘਰ ਵਾਲੇ ਪਾਸੇ ਆਇਆ ਤੇ ਉਹਦੀ ਘਰ ਵਾਲੀ ਦੇਖਣ ਲੱਗੀ ਤੇ ਸ਼ਰਮ ਮੰਨੀ ਉਹਨੇ। ਉਹਨੂੰ ਉਲਟਾ ਕਹਿੰਦਾ ਤੂੰ ਚਾਹ ਬਣਾ ਕੇ ਰੱਖ, ਬਸ 2 ਗਲੀਆਂ ਰਹਿ ਗਈਆਂ ਮੈਂ ਆਇਆ। ਪੰਥ ਨੇ ਤਾਂ ਤੁਹਾਡੇ ਜੁੱਤੀਆਂ ਮਾਰੀਆਂ ਨੇ, ਜਿਹੜਾ ਤੁਸੀਂ ਕਹਿੰਦੇ ਹੋ ਵੀ ਬੜਾ ਸਾਡੇ ਤੇ ਖਾਲੀ ਵਧੀਆ ਕੀਤਾ ਵਾ, ਸਾਨੂੰ ਤਨਖਾਹ ਨਹੀਂ। ਤੇ ਤੁਸੀਂ ਕਹਿਣ ਲੱਗੇ ਹੋਏ ਹੋ ਜੀ ਬਸ ਅਸੀਂ ਤਾਂ ਚੱਕ ਦਿਆਂਗੇ ਫੱਟੇ। ਵੋਟਾਂ ਤੁਹਾਨੂੰ ਐ ਨਹੀਂ ਮਿਲਣੀਆਂ। ਕੌਮ ਜਿਹੜੀ ਹੈਗੀ ਆ ਤੁਹਾਤੋਂ ਬਹੁਤ ਦੁਖੀ ਆ। ਤੁਸੀਂ ਉਹ ਕੰਮ ਕੀਤਾ ਜਿਹੜਾ ਲਖਪਤ ਰਾਏ ਨੇ ਕੀਤਾ ਸੀ। ਤੁਹਾਡਾ ਰੁਤਬਾ ਲਖਪਤ ਰਾਏ ਦੇ ਬਰਾਬਰ। ਪਰ ਜੇਕਰ ਤੁਸੀਂ ਸੋਚੋ ਕਿ ਜੀ ਐਂ ਹੀ ਸਾਰਾ ਕੁਝ ਨਿਬੜ ਜੂ, ਸੁਰਖਰੂ ਹੋ ਜਾਗੇ, ਇੰਨਾ ਸੌਖਾ ਨਹੀਂ। ਆ ਜਿਹੜਾ ਮਾਹੌਲ ਤੁਸੀਂ ਹੁਣ ਸਿਰਜ ਲਿਆ, ਇਹਨੇ ਪਹਿਲਾਂ ਉੱਥੇ ਗੱਲ ਲਿਜਾ ਖੜੀ ਆ ਜਿੱਥੇ ਉਦਣ ਸੀ ਜਦੋਂ ਤੁਸੀਂ ਥਾਂ ਥਾਂ ਤੇ ਲੁਕਦੇ ਫਿਰਦੇ ਸੀ, ਥਾਂ ਥਾਂ ਤੇ ਜਿਹੜੇ ਸੀਗੇ ਤੁਹਾਨੂੰ ਕੋਈ ਧਰਤੀ ਵਿਹਲ ਨਹੀਂ ਸੀ ਦਿੰਦੀ ਜਦੋਂ ਬਰਗਾੜੀ ਵਾਪਰਿਆ। ਸੋ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀਆਂ ਅਸੀਂ ਫੇਰ ਕਰਦੇ ਆ ਕਿ ਇਹਨਾਂ ਨੂੰ ਮਾੜਾ ਮੋਟਾ ਅਕਲ ਮੌਤ ਇਹਨਾਂ ਨੂੰ ਬਖਸ਼ੋ। ਇਹ ਜਿਹੜੀਆਂ ਪੱਗਾਂ ਲਾਹ ਦਿਆਂਗੇ, ਛੇਕ ਦਿਆਂਗੇ ਵਾਲੀ ਗੱਲ ਆ, ਉਧਰੋਂ ਮੁੜਨ, ਕੋਈ ਧੀਰਜ ਜਾਂ ਕੋਈ ਤਹੰਮਨ ਵਾਲੇ ਪਾਸੇ ਨੂੰ ਆਉਣ, ਕੋਈ ਕਿਸੇ ਦੀ ਗੱਲ ਸੁਣਨ। ਤੇ ਜਥੇਦਾਰ ਸਾਹਿਬਾਨ, ਅਕਾਲੀ ਦਲ ਦੇ ਪ੍ਰਧਾਨ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਕਾਹਦੇ ਪ੍ਰਧਾਨ ਹੋਈ ਆਪਦੀ ਕੌਮ ਦੀ ਹੇਠੀ ਕਰਾਉਣ ਵਾਲਾ ਤੁਸੀਂ ਰਾਹ ਫੜਿਆ ਹੋਇਆ। ਤੁਹਾਡੇ ਨਾਲ ਤਾਂ ਆਮ ਸਿੱਖ ਚੰਗਾ। ਬੜੇ ਇਹੋ ਜਿਹੇ ਪੰਥ ਦਰਦੀ ਵਿਚਾਰੇ ਪਿੰਡਾਂ ਸ਼ਹਿਰਾਂ 'ਚ ਬੈਠ ਕੇ ਦਰਦ ਫੋਲ ਰਹੇ ਨੇ ਕਿ ਯਾਰ ਸਾਡਾ ਹੋ ਕੀ ਰਿਹਾ। ਤੇ ਇਹਨਾਂ ਨੂੰ ਆਪਦੀ ਹੈਂਕੜ ਚੜੀ ਹੋਈ ਆ ਵੀ ਲੈ ਬਈ ਅਸੀਂ ਪੱਗ ਲਾ ਲਈ। ਖੈਰ ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ। ਵਕਤ ਆਊਗਾ ਜਦੋਂ ਇਹਨਾਂ ਦੇ ਲੇਖੇ ਹੋਣਗੇ।
ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰ ਸਕਦੇ ਹਾਂ ਕਿ ਕੌਮ ਨੂੰ ਸਮੱਤ ਬਖਸ਼ਣ। ਸੋ ਇੱਥੇ ਸਮਾਪਤੀ ਆ, ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।